ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾ ਜੀ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਜੀ ਬਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੱਲਾ ਅਪਰ ਭਗੀਰਥ ਜਾਪੂ। ਚੌਥੇ ਨਿਬਲਾ ਮਿਲ ਕਰ ਆਪੂ। ਸ਼੍ਰੀ ਅਰਜਨ ਜੀ ਸ਼੍ਰੀ ਅਰਜਨ ਕੀ ਸ਼ਰਣੀ ਆਏ। ਕਰ ਜੋਰਤ ਪਦ ਸੀਸ ਨਿਵਾਏ। ਡੱਲਾ ਅਪਰ ਭਗੀਰਥ ਜਾਪੂ। ਚੌਥੇ ਨਿਬਲਾ ਮਿਲ ਕਰ ਆਪੂ। ਸ਼੍ਰੀ ਅਰਜਨ ਕੀ ਸ਼ਰਣੀ ਆਏ।
ਕਰ ਜੋਰਤ ਪਦ ਸੀਸ ਨਿਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ, ਜਹਰਾ ਜਹੂਰ, ਦੀਨਾ ਬੰਧੂ ਭਗਤ ਵਛਲ, ਮੇਹਰਾਮਤਾਂ ਦਇਆ ਦੇ ਖਜ਼ਾਨੇ, 10 ਪਾਤਸ਼ਾਹੀਆਂ ਜੀ ਦੇ ਪਾਵਨ ਪਵਿੱਤਰ ਸਰੂਪ, ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰਾਂ ਦੇ ਪਾਵਨ ਪਵਿੱਤਰ ਸਜ ਰਹੇ ਦੀਵਾਨ ਅੰਦਰ ਖੁੱਲੇ ਦਰਸ਼ਨ ਦੇਦਾਰ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਜਿਨ ਕੇ ਭਾਗ ਵੱਡੇ ਹੈਂ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਪਾਤਸ਼ਾਹ ਦੀ ਦਇਆ ਮਿਹਰਾਮਤ ਸਦਕਾ ਸੰਸਾਰ ਵਿੱਚ ਦੁਰਲੱਭ ਪ੍ਰਾਪਤ ਹੋਣ ਵਾਲੀ ਸਤ ਸੰਗਤ ਦਾ ਆਨੰਦ ਨਿਤਾ ਪ੍ਰਤੀ ਆਪਾਂ ਮਾਣਦੇ ਹਾਂ। ਪਿਛਲੇ ਸਮੇਂ ਤੋਂ ਹਜ਼ੂਰ ਦੇ ਪਵਿੱਤਰ ਦਰ ਘਰ ਅੰਦਰ ਚੱਲ ਰਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਜੀਵਨ ਤਥਾ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਅੰਮ੍ਰਿਤ ਰੂਪ ਗਾਥਾ ਨਿਤਾ ਪ੍ਰਤੀ ਸ਼ਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ, ਜਿਸ ਵਿੱਚ ਸਿੱਖਾਂ ਦੇ ਜੋ ਪ੍ਰਸੰਗ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਲਿਖਣਾ ਕੀਤੇ, ਉਹ ਆਪਾਂ ਬੜੀ ਸ਼ਰਧਾ ਪ੍ਰੇਮ ਸਤਿਕਾਰ ਦੇ ਨਾਲ ਸ਼ਰਵਣ ਕਰ ਰਹੇ ਹਾਂ। ਜਥਾ ਪ੍ਰਸੰਗ ਕੱਲ ਦੀਵਾਨ ਵਿੱਚ ਆਪਾਂ ਸ਼ਰਵਣ ਕੀਤਾ ਹੈ ਕਿ ਮਹਾਰਾਜ ਦੇ ਪਾਸ ਭਾਈ ਗੰਗੂ, ਭਾਈ ਨਾਊ ਜੀ, ਰਾਮਾ ਧਰਮ ਆਦਿਕ ਸਹਿਗਲ ਗੋਤ ਦੇ ਭਾਈ ਉਦਾ ਜੀ ਵਰਗੇ ਪਹੁੰਚੇ ਤੇ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰਾਂ ਕੀਤੀਆਂ, ਦਰਸ਼ਨ ਦੀਦਾਰ ਕੀਤੇ। ਫਿਰ ਬੇਨਤੀ ਕੀਤੀ ਵੀ ਪਾਤਸ਼ਾਹ, ਸਾਡੇ ਮਨ ਵਿੱਚ ਇੱਕ ਸ਼ੰਕਾ ਹੈ ਵੀ ਵੇਦ ਕਤੇਬ ਜਿੰਨੇ ਆ ਹੋਰ ਮੁਨੀ ਰਿਸ਼ੀ ਅਵਤਾਰ ਹੋਏ ਆ, ਬੜੇ ਬੜੇ ਪੰਡਤ ਲੋਕ ਹੋਏ ਹਨ, ਸਾਰਿਆਂ ਨੇ ਬ੍ਰਹਮ ਪਰਮੇਸ਼ਰ ਨੂੰ ਬੇਅੰਤ ਬੇਅੰਤ ਆਖਿਆ, ਤੇ ਮਹਾਰਾਜ ਧੰਨ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਪਰਮੇਸ਼ਰ ਦਾ ਸਰਗੁਣ ਸਰੂਪ ਸਨ, ਬ੍ਰਹਮ ਦਾ। ਤੇ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਜਾਣਦੇ ਹੀ ਹੋਣੇ ਆ ਵੀ ਬ੍ਰਹਮ ਦਾ ਆਦ ਅੰਤ ਕੀ ਹੈ। ਇਹ ਸਾਡੇ ਮਨ ਵਿੱਚ ਸ਼ੰਕਾ ਦੱਸੋ ਵੀ ਆਪਦੇ ਆਪ ਨੂੰ ਤਾਂ ਸਾਰੇ ਜਾਣਦੇ ਹੀ ਹੁੰਦੇ ਆ। ਤੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਕਿ ਭਾਈ, ਚਾਹੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪਰਮੇਸ਼ਰ ਸਨ, ਪਰ ਫਿਰ ਵੀ ਮਹਾਰਾਜ ਸਤਿਗੁਰਾਂ ਨੇ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਬੇਅੰਤ 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 ਦੱਸਿਆ ਹੈ। ਜੇ ਉਹਦਾ ਆਦ ਅੰਤ ਕੋਈ ਹੁੰਦਾ ਤੇ ਮਹਾਰਾਜ ਗੁਰਬਾਣੀ ਵਿੱਚ ਜ਼ਰੂਰ ਲਿਖਦੇ। ਗੁਰਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਬਸ ਪਰਮੇਸ਼ਰ ਨੂੰ ਵੱਡੇ ਤੋਂ ਵੱਡਾ, ਉੱਚੇ ਤੋਂ ਉੱਚਾ ਆਖਿਆ ਹੈ, ਬੇਅੰਤ ਬੇਅੰਤ ਆਖਿਆ ਹੈ। ਤੇ ਇਸ ਕਰਕੇ ਪਰਮੇਸ਼ਰ ਦਾ ਅੰਤ ਜੇ ਕੋਈ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਪਰਮੇਸ਼ਰ ਦਾ ਅੰਤ ਇਹ ਹੀ ਪ੍ਰਾਪਤ ਕਰਨਾ ਹੈ ਵੀ ਉਹਨੂੰ ਬੇਅੰਤ ਬੇਅੰਤ ਆਖੋ, ਉਹਨੂੰ ਬੇਅੰਤ ਬੇਅੰਤ ਗਾਉਣਾ ਹੀ ਪਰਮੇਸ਼ਰ ਦਾ ਅੰਤ ਪਾਉਣਾ ਹੈ। ਇਸ ਤਰ੍ਹਾਂ ਇਹਨਾਂ ਦਾ ਸ਼ੰਕਾ ਨਿਵਰਤ ਕੀਤਾ। ਫਿਰ ਹਜ਼ੂਰ ਦੇ ਪਾਸ ਭਾਈ ਫਿਰਨਾ, ਸੂਦਰ, ਜੱਟੂ, ਭੋਲੂ, ਬੇਤਾਦਕ ਜਿਹੜੇ ਵੈ ਸਿੱਖ ਇਹ ਪੰਡਤ ਸਨ ਤਿਵਾੜੀ ਗੋਤਰ ਦੇ, ਮਹਾਰਾਜ ਦੇ ਪਾਸ ਆ ਕੇ ਦਰਸ਼ਨ ਦੀਦਾਰ ਕੀਤੇ। ਬੇਨਤੀ ਕੀਤੀ ਵੀ ਮਹਾਰਾਜ, ਅਸੀਂ ਇੱਕ ਵਾਰੀ ਗੰਗਾ ਦੇ ਇਸ਼ਨਾਨ ਨੂੰ ਗਏ ਸਾਂ, ਉੱਥੇ ਕੁਝ ਪੰਡਤ ਵਿਦਵਾਨ ਲੋਕ ਸਾਨੂੰ ਮਿਲਿਆ, ਉਹਨਾਂ ਦਾ ਜਥਾ ਹਜ਼ੂਮ। ਉਹਨਾਂ ਸਵਾਲ ਕੀਤਾ ਸੀ ਵੀ ਬੜੇ ਦੇਵੀ ਦੇਵਤੇ ਅਵਤਾਰ ਸੰਸਾਰ 'ਤੇ ਹੋਏ ਆ ਅਤੇ ਸਾਰਿਆਂ ਨੇ ਗੁਰੂ ਧਾਰੇ ਆ, ਦੱਸੋ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਗੁਰੂ ਕੌਣ ਹੈ?
ਤੇ ਮਹਾਰਾਜ ਅਸੀਂ ਸੰਸ਼ੇ ਵਿੱਚ ਪੈ ਗਏ, ਸਾਨੂੰ ਕੋਈ ਗੱਲ ਨਾ ਆਈ ਤੇ ਅਸੀਂ ਆਖਿਆ ਵੀ ਤੁਹਾਨੂੰ ਦੱਸਾਂਗੇ ਗੁਰੂ ਅਰਜਨ ਦੇਵ ਮਹਾਰਾਜ ਤੋਂ ਪੁੱਛ ਕੇ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਹੀ ਗੁਰੂ ਨਾਨਕ ਪਾਤਸ਼ਾਹ ਦਾ ਪੰਜਵਾਂ ਸਰੂਪ ਹਨ। ਤੇ ਮਹਾਰਾਜ ਹੁਣ ਤੁਹਾਡੇ ਪਾਸ ਆ ਕੇ ਅਸੀਂ ਇਹ ਬੇਨਤੀ ਕਰਦੇ ਹਾਂ, ਦੱਸੋ ਵੀ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਕੌਣ ਹੈ? ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ, ਭਾਈ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਪਰਮੇਸ਼ਰ ਹੈ ਤੇ ਪਰਮੇਸ਼ਰ ਹੀ ਗੁਰੂ ਨਾਨਕ ਪਾਤਸ਼ਾਹ ਹਨ। ਆਪੇ ਆਪ ਨਿਰੰਜਨ ਸੋਏ। ਤੋ ਫਿਰ ਮਹਾਰਾਜ ਕਹਿਣ ਲੱਗੇ, ਜੇ ਫਿਰ ਵੀ ਕੋਈ ਸ਼ੰਕਾ ਕਰਦਾ, ਨਹੀਂ ਸੰਸਾਰ ਦੀ ਮਰਿਆਦਾ ਹੈ ਗੁਰੂ ਧਾਰਨ ਦੀ, ਤੇ ਫਿਰ ਜਾਣ ਲਓ ਵੀ ਗੁਰੂ ਨਾਨਕ ਪਾਤਸ਼ਾਹ ਸਾਹਿਬ ਦੇ ਗੁਰੂ ਗੁਰੂ ਅੰਗਦ ਦੇਵ ਮਹਾਰਾਜ ਹਨ। ਕਹਿੰਦੇ ਮਹਾਰਾਜ ਉਹ ਕਿਵੇਂ ਗੁਰੂ ਹੋਏ? ਪਾਤਸ਼ਾਹ ਕਹਿੰਦੇ ਗੁਰੂ ਉਹ ਹੈ ਨਾ ਜਿਹਨੂੰ ਸੀਸ ਝੁਕਾਉਣੇ ਆ, ਮੱਥਾ ਟੇਕੀਦਾ ਹੈ, ਇਸ਼ਟ ਦੇਵ ਨੂੰ ਵੰਦਨਾ ਕਰਦੇ ਹਾਂ, ਪੂਜਦੇ ਮਨਾਉਂਦੇ ਹਾਂ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ 5 ਪੈਸੇ ਨਾਰੀਅਲ ਗੁਰਤਾ ਜੋਤ ਭਾਈ ਲਹਿਣਾ ਵਿੱਚ ਰੱਖ ਕੇ ਗੁਰੂ ਅੰਗਦ ਦੇਵ ਮਹਾਰਾਜ ਥਾਪਿਆ ਤੇ ਮੱਥਾ ਟੇਕਿਆ, ਨਾਲੇ ਪਰਿਕਰਮਾ ਕੀਤੀਆਂ। ਫਿਰ ਇਹਨਾਂ ਆਖਿਆ ਮਹਾਰਾਜ ਵੀ ਸਾਨੂੰ ਉਹਨੇ ਵੀ ਆਖਿਆ ਸੀ ਵੀ ਗੁਰੂ ਤਾਂ ਉਹ ਹੁੰਦਾ ਜਿਹਦੇ ਤੋਂ ਉਪਦੇਸ਼ ਲਈਦਾ, ਤੇ ਇਸ ਕਰਕੇ ਆਪ ਕੀ ਕਹੋਗੇ? ਤਾਂ ਮਹਾਰਾਜ ਨੇ ਫਿਰ ਇਹਨਾਂ ਦੇ ਸਵਾਲ 'ਤੇ ਸਵਾਲ ਕਰ ਦਿੱਤਾ ਸੀ ਵੀ ਉਹਨਾਂ ਨੂੰ ਪੁੱਛੋ ਵੀ ਜਿਵੇਂ ਪਰਮੇਸ਼ਰ ਤੇ ਮਾਇਆ ਸਬਲ ਹੋਣ ਕਰਕੇ ਇਹ 3 ਦੇਵਤੇ ਪ੍ਰਗਟ ਹੋਏ ਆ, ਬ੍ਰਹਮਾ ਵਿਸ਼ਨੂੰ ਤੇ ਏਕਾ ਸ਼ਿਵ ਭਗਵਾਨ, ਇਹਨਾਂ ਦਾ ਗੁਰੂ ਕੌਣ ਸੀ? ਹੁਣ ਇਹ ਵੀ ਅੱਗੋਂ ਪੜ੍ਹੇ ਸੀ, ਕਹਿੰਦੇ ਮਹਾਰਾਜ ਪੁਰਾਣਾਂ ਦੀ ਉਗਾਹੀ ਹੈ ਵੀ ਇਹ ਬ੍ਰਹਮਾ ਤੇ ਸ਼ਿਵ ਇਕੱਠੇ ਹੋ ਕੇ ਵਿਸ਼ਨੂੰ ਨੂੰ ਗੁਰੂ ਧਾਰ ਲੈਂਦੇ ਆ ਤੇ ਵਿਸ਼ਨੂੰ ਸ਼ਿਵ ਭਗਵਾਨ ਨੂੰ ਗੁਰੂ ਧਾਰ ਲੈਂਦਾ। ਤੋ ਇਸ ਤਰ੍ਹਾਂ ਵੀ ਇੱਕ ਦੂਜੇ ਨੂੰ ਗੁਰੂ ਮੰਨਦੇ ਆ। ਤੋ ਮਹਾਰਾਜ ਪਾਤਸ਼ਾਹ ਕਹਿੰਦੇ ਤਾਂ ਹੈ ਆ, ਤਾਂ ਹੀ ਜਿਹੜਾ ਹੈ ਉਹ ਸਤੋਗੁਣੀ ਦੇਵਤਾ ਜਿਹੜਾ ਵਿਸ਼ਨੂੰ ਹੈ ਉਹਦਾ ਰੰਗ ਨਹੀਂ ਸਤੋਗੁਣੀ ਰਿਹਾ, ਕਿਉਂਕਿ ਸਤੋਗੁਣੀ ਰੰਗ ਸਫੈਦ ਹੈ, ਉਹਦਾ ਰੰਗ ਤਮੋਗੁਣੀ ਹੋਇਆ ਸ਼ਿਆਮ, ਕਿਉਂਕਿ ਧਿਆਨ ਤਮੋਗੁਣੀ ਸ਼ਿਵ ਦਾ ਧਾਰਦਾ ਹੈ। ਤੇ ਜਿਹੜਾ ਸ਼ਿਵ ਭਗਵਾਨ ਹੈ ਤਮੋਗੁਣੀ, ਪਰ ਰੰਗ ਇਹਦਾ ਤਮੋਗੁਣੀ ਨਹੀਂ, ਰੰਗ ਇਹਦਾ ਸਤੋਗੁਣੀ ਹੈ ਸਫੈਦ, ਤੇ ਕਿਉਂਕਿ ਇਹ ਧਿਆਨ ਵਿਸ਼ਨੂੰ ਦਾ ਧਾਰਦਾ। ਤੋ ਮਹਾਰਾਜ ਕਹਿੰਦੇ ਬਸ ਇਸੇ ਤਰ੍ਹਾਂ ਹੀ ਜਾਣੋ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਗੁਰੂ ਗੁਰੂ ਅੰਗਦ ਦੇਵ ਹੈ, ਕਿਉਂਕਿ ਜਦੋਂ ਪਰਮੇਸ਼ਰੀ ਅਕਾਲੀ ਜੋਤ ਗੁਰੂ ਅੰਗਦ ਦੇਵ ਮਹਾਰਾਜ ਵਿੱਚ ਟਿਕਾ ਦਿੱਤੀ ਤੇ ਉਦੋਂ ਉਹ ਗੁਰੂ ਹੋਏ। ਵੀ ਵਾਸਤਵ ਵਿੱਚ ਗੁਰੂ ਤਾਂ ਨਾਨਕ ਪਾਤਸ਼ਾਹ ਗਰੀਬ ਨਵਾਜ਼ ਜੀਆਂ ਦੇ ਅਕਾਲ ਪੁਰਖ ਹੀ ਹੈ ਨਾ, ਤੇ ਅਕਾਲ ਪੁਰਖ ਹੀ ਗੁਰੂ ਨਾਨਕ ਪਾਤਸ਼ਾਹ ਹਨ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਉਹ ਅਕਾਲ ਪੁਰਖ ਦੀ ਜੋਤ ਗੁਰੂ ਅੰਗਦ ਦੇਵ ਮਹਾਰਾਜ ਵਿੱਚ ਥਾਪ ਦਿੱਤੀ ਤੇ ਫਿਰ ਮੱਥਾ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਟੇਕਿਆ ਸਮਝੋ, ਤੇ ਚਾਹੇ ਅਕਾਲ ਪੁਰਖ ਨੂੰ ਟੇਕਿਆ ਸਮਝੋ। ਗੁਰੂ ਅੰਗਦ ਦੇਵ ਮਹਾਰਾਜ ਦੇ ਗੁਰੂ ਗੁਰੂ ਨਾਨਕ ਪਾਤਸ਼ਾਹ ਹਨ। ਤੋ ਇਸ ਤਰ੍ਹਾਂ ਮਹਾਰਾਜ ਨੇ ਨਿਰਣਾ ਕੀਤਾ। ਇਹਨਾਂ ਨੂੰ ਗਰੀਬ ਨਵਾਜ਼ ਦੇ ਪਾਸੋਂ ਸੁਣ ਕੇ ਨਿਸ਼ਾ ਹੋਈ ਵੀ ਗੁਰੂ ਨਾਨਕ ਪਾਤਸ਼ਾਹ ਦੇ ਗੁਰੂ ਦਾ ਅਕਾਲ ਪੁਰਖ ਪਰਮੇਸ਼ਰ ਹਨ। ਉਹ ਸ਼ਬਦ ਹੈ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ, ਜਿਹੜਾ ਪਰਮੇਸ਼ਰ ਦਾ ਜਨਾਇਕ ਹੈ ਨਾਮ, ਤੇ ਨਾਮ ਔਰ ਨਾਮੀ ਵਿੱਚ ਖਾਲਸਾ ਜੀ ਕੋਈ ਭੇਦ ਨਹੀਂ ਹੁੰਦਾ। ਪਰਮੇਸ਼ਰ ਦੇ ਜਿੰਨੇ ਨਾਮ ਹੈ ਉਹ ਪਰਮੇਸ਼ਰ ਦੇ ਹੀ ਜਨਾਇਕ ਹੈ। ਇਹ ਨਿਰਣਾ ਮਹਾਰਾਜ ਨੇ ਦੱਸਿਆ। ਅੱਗੇ ਜਿਵੇਂ ਅੱਜ ਪ੍ਰਸੰਗ ਆਵੇਗਾ, ਭਾਈ ਡੱਲਾ ਭਾਈ ਭਗੀਰਥ ਵਰਗੇ ਹੋਰ ਗੁਰਸਿੱਖ ਪਿਆਰੇ ਮਹਾਰਾਜ ਦੇ ਪਾਸ ਪਹੁੰਚਦੇ ਹੈ। ਗਰੀਬ ਨਵਾਜ਼ ਮਹਾਰਾਜ ਨੂੰ ਜਿਵੇਂ ਬੇਨਤੀ ਕਰਕੇ ਆਪਣੇ ਕੋ ਮਨ ਦਾ ਸ਼ੰਕਾ ਨਿਵਰਤ ਕਰਾਉਣ ਵਾਸਤੇ ਕਹਿੰਦੇ ਆ। ਜਿਵੇਂ ਪ੍ਰਸੰਗ ਆਉਂਦਾ, ਚਿੱਤ ਬਿਰਤੀ ਧਾਰ ਕਰਕੇ ਸ਼ਰਵਣ ਕਰੀਏ ਜੀ, ਆਖੋ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਡੱਲਾ ਅਪਰ ਭਗੀਰਥ ਜਾਪੂ। ਤੋਂ ਅੱਗੇ ਮਹਾਰਾਜ ਪਾਸ
ਹੋਰ ਸਿੱਖ ਆ ਰਹੇ ਹੈ, ਜਿਹਦੇ ਵਿੱਚ ਭਾਈ ਡੱਲਾ, ਇੱਕ ਭਾਈ ਭਗੀਰਥ, ਤੀਜੇ ਸਿੱਖ ਦਾ ਨਾਮ ਭਾਈ ਜਾਪੂ ਹੈ। ਚੌਥੇ ਨਿਵਲਾ ਮਿਲ ਕਰ ਆਪੂ। ਤੇ ਆਪਸ ਵਿੱਚ ਮਿਲ ਕੇ ਇੱਕ ਚੌਥਾ ਭਾਈ ਨਿਵਲਾ ਨਾਮ ਦਾ ਜੋ ਗੁਰਸਿੱਖ ਹੈ, ਇਹ ਚਾਰੇ ਇਕੱਠੇ ਹੋ ਕਰਕੇ ਸ਼੍ਰੀ ਅਰਜਨ ਕੀ ਸ਼ਰਣੀ ਆਏ। ਗਰੀਬਾਂ ਨੂੰ ਨਿਵਾਜਣ ਵਾਲੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਏ ਹਨ। ਕਰ ਜੋਰਤ ਪਦ ਸੀਸ ਨਿਵਾਏ। ਹੱਥ ਜੋੜ ਕੇ ਪਾਤਸ਼ਾਹ ਦੇ ਚਰਨਾਂ ਤੇ ਸ਼ੀਸ਼ ਨਵਾਇਆ ਹੈ, ਮੱਥਾ ਟੇਕਿਆ ਹੈ। ਬਾਹਰੋ ਕਰੀ ਅਗਰ ਅਰਦਾਸ। ਫਿਰ ਹਜ਼ੂਰ ਦੇ ਅੱਗੇ ਹੱਥ ਜੋੜ ਕੇ ਬੜੇ ਨਿਮਰਤਾ ਸਹਿਤ ਅਰਦਾਸ ਕੀਤੀ ਹੈ। ਹਮ ਔਰ ਸੰਸੈ ਦੇਹੋ ਵਿਨਾਸ਼। ਹੇ ਪਾਤਸ਼ਾਹ, ਮਹਾਰਾਜ ਸਾਡੇ ਮਨ ਵਿੱਚ ਸ਼ੰਕਾ ਹੈ, ਕਿਰਪਾ ਕਰਕੇ ਸਾਡੇ ਉਸ ਸ਼ੰਕੇ ਦਾ ਨਾਸ਼ ਕਰੋ। ਮਹਾਰਾਜ ਸਾਨੂੰ ਸਮਤ ਬਖਸ਼ਿਸ਼ ਕਰੋ ਜੀ। ਸ਼੍ਰੀ ਨਾਨਕ ਪੂਰਨ ਅਵਤਾਰ। ਉਹ ਸ਼ੰਕਾ ਇਹ ਹੈ ਵੀ ਮਹਾਰਾਜ ਸਭ ਜਾਣਦੇ ਹੈ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪੂਰੇ ਅਕਾਲ ਪੁਰਖ ਪਰਮੇਸ਼ਰ ਦਾ ਅਵਤਾਰ ਹਨਗੇ। ਭਗਤ ਸਰੂਪ ਧਰਿਓ ਕਰਤਾਰ। ਸੰਸਾਰ ਦੇ ਕਰਨਹਾਰੇ ਪਰਮੇਸ਼ਰ ਨੇ ਹੀ ਭਗਤੀ ਦਾ ਸਰੂਪ ਜਿਹੜਾ ਉਹ ਗੁਰੂ ਨਾਨਕ ਪਾਤਸ਼ਾਹ ਦਾ ਧਾਰਿਆ ਹੈ ਵੀ ਗੁਰੂ ਨਾਨਕ ਪਾਤਸ਼ਾਹ ਅਕਾਲ ਪੁਰਖ ਪਰਮੇਸ਼ਰ ਭਗਤੀ ਦਾ ਸਰੂਪ ਸੰਸਾਰ ਤੇ ਧਾਰਿਆ ਸੀ। ਕੋ ਉਪਾਸਨਾ ਮੁਖ ਬਤਾਈ। ਤੇ ਇਹ ਸਵਾਲ ਹੈ, ਸਾਡੀ ਬੇਨਤੀ ਵੀ ਪਾਤਸ਼ਾਹ ਵੀ ਦੋ ਸਰੂਪ ਮੰਨੇ ਆ ਪਰਮੇਸ਼ਰ ਦੇ, ਇੱਕ ਸਰਗੁਣ ਹੈ ਸਹਿਤ ਗੁਣਾਂ ਦੇ, ਇੱਕ ਨਿਰਰਹਿਤ ਹੈ ਗੁਣਾਂ ਤੋਂ ਉਹਨੂੰ ਨਿਰਗੁਣ ਆਖਦੇ ਆ। ਗੁਰੂ ਨਾਨਕ ਪਾਤਸ਼ਾਹ ਦਾ ਕੀ ਮਹਾਰਾਜ ਦੇ ਤੇ ਨਿਰਣਾ ਹੈ ਵੀ ਮਹਾਰਾਜ ਨੇ ਕੀ ਆਖਿਆ, ਸਰਗੁਣ ਤੇ ਨਿਰਗੁਣ ਦੋਵਾਂ ਚੋਂ ਕਿਹਦੀ ਉਪਾਸਨਾ ਮੁੱਖ ਦੱਸੀ ਹੈ, ਵੱਡੀ ਦੱਸੀ ਹੈ। ਨਿਰਗੁਣ ਕੈ ਸਰਗੁਣ ਕੀ ਗਾਈ। ਵੀ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਉਪਾਸਨਾ ਜਿਹੜੀ ਮੁੱਖ ਹੈ, ਪੂਜਾ ਪ੍ਰਤਿਸ਼ਠਾ ਉਹ ਨਿਰਗੁਣ ਦੀ ਗਾਈ ਕਹੀਏ ਆਖੀ ਹੈ ਕਿ ਸਰਗੁਣ ਦੀ ਸਰੂਪ ਦੀ ਪਰਮੇਸ਼ਰ ਦੀ ਆਖੀ ਹੈ। ਕਿਮ ਨਿਸ਼ਚਾ ਆਪਣੋ ਪ੍ਰਗਟਾਇਓ। ਦੱਸੋ ਮਹਾਰਾਜ ਵੀ ਉਹਨਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣਾ ਕੀ ਨਿਸ਼ਚਾ ਦਿੱਤਾ ਇਹਦੇ ਤੇ, ਸਤਿਗੁਰਾਂ ਦਾ ਸਿਧਾਂਤ ਕੀ ਕਹਿੰਦਾ, ਮਹਾਰਾਜ ਦਾ ਕੀ ਮੰਨਣਾ ਹੈ ਸੀ। ਬਾਹੋ ਸਿੱਖਣ ਕੋ ਪੰਥ ਬਤਾਇਓ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਬੜੇ ਸਿੱਖਾਂ ਨੂੰ ਭਾਉ ਭਗਤੀ ਦੇ ਰਸਤੇ ਤੇ ਲਾਇਆ ਹੈ। ਸ਼੍ਰੀ ਅਰਜਨ ਸੁਣ ਸਮਤ ਬਤਾਈ। ਤੇ ਸੁਣ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀਆਂ ਸ੍ਰੇਸ਼ਟ ਮਤ ਜਿਹੜੀ ਦੱਸਣਾ ਕੀਤੀ ਹੈ। ਨਿਸ਼ਫਲ ਆਸ ਸੰਦੇਹ ਉਠਾਈ। ਮਹਾਰਾਜ ਕਹਿੰਦੇ ਤੁਹਾਡਾ ਉਠਾਇਆ ਹੋਇਆ ਸੰਸ਼ਾ ਪਈ ਬੇਫਲ ਹੈ, ਨਿਸ਼ਫਲ ਹੈ। ਇਸ ਸੰਸ਼ੇ ਦਾ ਕੋਈ ਮੂਲ ਮੁੱਢ ਨਹੀਂ ਹੈ। ਨਿਰਗੁਣ ਸਰਗੁਣ ਤਾ ਦੋਏ ਕਹੀ ਹੈ। ਕਿਉਂਕਿ ਨਿਰਗੁਣ ਤੇ ਸਰਗੁਣ ਤੁਸੀਂ ਕਹਿੰਦੇ ਦੋ ਆ, ਦੋ ਤਾਂ ਨਿਰਗੁਣ ਤੇ ਸਰਗੁਣ ਨੂੰ ਆਖਿਆ ਜਾਂਦਾ। ਤੇ ਸਾਧ ਸੰਗਤ ਜੀ, ਹੁਣ ਆਪ ਜੀ ਨੂੰ ਸ਼ਾਇਦ ਨਹੀਂ ਪਤਾ ਹੋਣਾ ਵੀ ਨਿਰਗੁਣ ਤੇ ਸਰਗੁਣ ਕੀ ਹੈ। ਨਿਰਗੁਣ ਜਿਹੜਾ ਗੁਣਾਂ ਤੋਂ ਰਹਿਤ ਹੋਵੇ, ਜਿਹਦਾ ਕੋਈ ਜਿਵੇਂ ਮੂਲ ਮੰਤਰ ਵਿੱਚ ਨਿਰਣਾ ਜਿਹੜਾ ਕੀਤਾ, ਇੱਕ ਓੰਕਾਰ ਸਤਿਨਾਮ, ਉਹਦਾ ਨਾਮ ਸੱਚ ਹੈ, ਉਹ ਆਪ ਸੱਤ ਹੈ, ਕਰਤਾ ਸਭ ਨੂੰ ਬਣਾਉਣ ਵਾਲਾ ਪੁਰਖ, ਉਹ ਪੁਰਾਂ ਵਿੱਚ ਖੈ ਵਿਆਪਕ ਹੈ। ਨਿਰ ਰਹਿਤ ਹੈ ਭਉ ਡਰ ਤੋਂ, ਨਿਰਵੈਰ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ। ਅਕਾਲ, ਕਾਲ ਜਿਹੜਾ ਉਹ ਸਮੇਂ ਭੂਤ ਭਵਿੱਖ ਭਵਾਨ ਤੋਂ ਰਹਿਤ ਹੈ ਤੇ ਐਸੀ ਉਹਦੀ ਮੂਰਤ ਹੈ। ਅਜੂਨੀ, ਜੂਨਾਂ ਤੋਂ ਵੀ ਰਹਿਤ ਹੈ। ਸੈਭੰ, ਸੈਭੰ ਹੁੰਦਾ ਸੈ ਭਾਵ ਸਵੈ, ਆਪਦੇ ਆਪ ਤੋਂ ਪੰਕਈ ਹੋਇਆ, ਵੀ ਆਪਦੇ ਆਪ ਤੋਂ ਪੈਦਾ ਹੋਇਆ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਇਹ ਜਿਹੜੇ ਗੁਣ ਗਾਏ ਗਏ ਸੋਭਾ, ਇਹ ਖਾਲਸਾ ਦੀ ਨਿਰਗੁਣ ਸਰੂਪ ਦੀ ਹੁੰਦੀ ਹੈ। ਨਿਰਗੁਣ ਸਰੂਪ ਹੁੰਦਾ ਹੈ ਜਿਹਦਾ ਕੋਈ ਰੂਪ ਰੇਖ ਨਾ ਹੋਵੇ। ਚੱਕਰ ਚਿਹਨ ਅਰ ਵਰਨ ਜਾਤ
ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ। ਜਾਪ ਸਾਹਿਬ ਵਿੱਚ ਜਿੰਨੇ ਨਾਂ ਦੱਸੇ ਆ, ਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ, ਅਲੇਖ ਹੈ, ਅਭੇਖ ਹੈ, ਅਨਾਮ ਹੈ, ਅਕਾਮ ਹੈ, ਤੋ ਉਹ ਸਾਰੇ ਨਿਰਗੁਣ ਸਰੂਪ ਦੇ ਗੁਣ ਗਾਏ ਗਏ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਉਹ ਨਿਰਗੁਣ ਸਰੂਪ ਹੈ ਵੀ ਉਹਦਾ ਕੋਈ ਚੱਕਰ ਨਹੀਂ, ਜੂਨੀਆਂ ਵਿੱਚ ਨਹੀਂ ਹੈ, ਕੋਈ ਉਹਦੀ ਰੂਪ ਰੇਖ ਨਹੀਂ ਵੀ ਕੈਸਾ ਦੱਸਿਆ ਨਹੀਂ ਜਾ ਸਕਦਾ। ਉਹ ਅਕਾਲ ਪੁਰਖ ਇਹੋ ਜਿਹਾ, ਉਹਨੂੰ ਨਿਰਗੁਣ, ਉਹ ਨਿਰਗੁਣ ਸਰੂਪ ਹੈ। ਅਤੇ ਇੱਕ ਪਰਮੇਸ਼ਰ ਦਾ ਖਾਲਸਾ ਜੀ ਸਰਗੁਣ ਸਰੂਪ ਹੁੰਦਾ। ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਸਨ, ਅਸੀਂ ਧਿਆਨ ਧਰ ਲਈ ਅੱਖਾਂ ਬੰਦ ਕਰਕੇ, ਅਤੇ ਗੁਰੂ ਨਾਨਕ ਪਾਤਸ਼ਾਹ ਦਾ ਧਿਆਨ ਧਰੋ, ਤੁਹਾਨੂੰ ਉਸੇ ਤਰ੍ਹਾਂ ਹੀ ਦਿਸੇਗਾ। ਜਾਂ ਕੋਈ ਸਰਗੁਣ ਸਰੂਪ ਦੇ ਜਿਵੇਂ ਦਰਸ਼ਨ ਹੋ ਜਾਂਦੇ ਹੈ, ਸ਼ਬਦ ਦਰਸ਼ਨ ਹੁੰਦਾ, ਪ੍ਰਤੱਖ ਦਰਸ਼ਨ ਹੁੰਦਾ, ਚਿੱਤਰ ਦਰਸ਼ਨ ਹੁੰਦਾ, ਤੋ ਆ ਸ਼ਬਦ ਦਰਸ਼ਨ ਜਾਂ ਸ਼ਰਵਣ ਦਰਸ਼ਨ ਹੁੰਦਾ, ਇੱਕ ਸੁਪਨ ਦਰਸ਼ਨ ਹੁੰਦਾ। ਤੁਹਾਨੂੰ ਸੁਪਨਾ ਆਵੇ, ਉਹਦੇ ਵਿੱਚ ਜੋ ਸਰੂਪ ਤੁਹਾਨੂੰ ਦਿਸਦਾ ਉਹ ਸਰਗੁਣ ਹੁੰਦਾ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਹੋ ਜਾਣ, ਧੰਨ ਗੁਰੂ ਕਲਗੀਧਰ ਪਾਤਸ਼ਾਹ ਗਰੀਬ ਨਵਾਜ ਦੇ ਦਰਸ਼ਨ ਹੋਣ, ਇਹ 10 ਪਾਤਸ਼ਾਹੀ ਹੈ, ਪਰਮੇਸ਼ਰ ਦਾ ਸਰਗੁਣ ਸਰੂਪ ਹੈ। ਅਤੇ ਇਸ ਤਰ੍ਹਾਂ ਖਾਲਸਾ ਜੀ ਜਿਵੇਂ ਚਲੋ ਦਰਸ਼ਨ 4 ਪ੍ਰਕਾਰ ਦੇ, ਸੁਪਨੇ 'ਚ ਦਰਸ਼ਨ ਹੋ ਜਾਣਾ, ਪ੍ਰਤੱਖ ਦਰਸ਼ਨ ਹੋ ਜਾਣਾ। ਜਦੋਂ ਕੋਈ ਕਥਾ ਜਿਵੇਂ ਆ ਕਾਵ ਰਚਨਾ ਕਵੀ ਸੰਤੋਖ ਸਿੰਘ ਜੀ ਫਿਰ ਲਿਖਦੇ, ਮਹਾਰਾਜ ਐਂ ਕਲਗੀ ਲਾਉਂਦੇ, ਚੌੜਾ ਮੱਥਾ, ਉੱਚੇ ਮੋਢੇ, ਲੰਮਾ ਕੱਦ, ਗਰੀਬ ਨਵਾਜ ਮਹਾਰਾਜ ਦਾ। ਉਹ ਸਰਗੁਣ ਸਰੂਪ ਦੇ ਖਾਲਸਾ ਜੀ ਉਵੇਂ ਤੁਹਾਨੂੰ ਸਭ ਕੁਝ ਦਿਸਣ ਲੱਗ ਜਾਊਗਾ। ਉਹ ਸ਼ਰਵਣ ਦਰਸ਼ਨ ਹੁੰਦੇ। ਅਤੇ ਚਿੱਤਰ ਦਰਸ਼ਨ, ਜਿਵੇਂ ਕੋਈ ਫੋਟੋ ਵੇਖ ਕੇ ਆਪਣੇ ਮਨ ਵਿੱਚ ਉਵੇਂ ਹੀ ਉਕਰ ਜਾਂਦੀ ਵੀ ਮਨ ਉਸੇ ਵੇਲੇ ਕਹਿ ਦਿੰਦਾ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਚਿੱਤਰ ਹੈ, ਇਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਸਰੂਪ ਹੈ। ਇਸ ਤਰ੍ਹਾਂ ਇਹ ਜਿਹੜੇ ਜਿੰਨੇ ਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਜਿਵੇਂ 10 ਜਾਮੇ ਧਾਰੇ ਹੈ, ਇਹ ਸਰਗੁਣ ਸਰੂਪ ਹੈ ਖਾਲਸਾ ਜੀ। ਗੁਰੂ ਨਾਨਕ ਪਾਤਸ਼ਾਹ ਜੀ ਹੋਏ, ਧੰਨ ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਸਾਰੇ ਪਾਤਸ਼ਾਹ, ਇਹਨਾਂ ਨੂੰ ਸਰਗੁਣ ਸਰੂਪ, ਇਹ ਸਹਿਤ ਗੁਣਾਂ ਦੇ ਹੈ, ਮਨੁੱਖੇ ਜਾਮੇ ਵਿੱਚ ਆਏ। ਅਤੇ ਇਸ ਤਰ੍ਹਾਂ ਅਤੇ ਇੱਕ ਨਿਰਗੁਣ ਸਰੂਪ ਜਿਹੜਾ ਪਹਿਲਾਂ ਨਿਰਣਾ ਕੀਤਾ ਵੀ ਉਹ ਦੱਸਿਆ ਹੀ ਨਹੀਂ ਜਾ ਸਕਦਾ ਕਿਹੋ ਜਿਹਾ। ਕਈ ਵਾਰੀ ਕੀ ਹੁੰਦਾ ਹੈ ਗੁਰਬਾਣੀ ਵਿੱਚ, ਜਿੱਥੇ ਨਿਰਗੁਣ ਸਰੂਪ ਦਾ ਉੱਥੇ ਸ਼ੋਭਾ ਗਾਈ ਹੁੰਦੀ ਹੈ ਨਾ, ਉੱਥੇ ਜਿਵੇਂ ਆ ਕਈ ਕਹਿੰਦੇ ਆ ਕਿ ਜੀ ਗੁਰੂ ਨਾਨਕ ਪਾਤਸ਼ਾਹ ਨੂੰ ਪਰਮੇਸ਼ਰ ਨਾ ਆਖੋ। ਕਹਿੰਦੇ ਕਿਉਂ? ਕਹਿੰਦੇ ਸੋ ਮੁਖ ਜਲਾ ਜੇ ਕਹਿਤ ਠਾਕੁਰ ਜੋਨੀ। ਕਹਿੰਦੇ ਵੀ ਉਹ ਮੂੰਹ ਜਲ ਜਾਵੇ। ਇਹ ਗੁਰਬਾਣੀ ਕਹਿੰਦੀ ਆ ਵੀ ਜਿਹੜਾ ਕਹਿੰਦਾ ਹੈ ਪਰਮੇਸ਼ਰ ਜੂਨੀਆਂ ਚਾਹੁੰਦਾ, ਫਿਰ ਗੁਰੂ ਨਾਨਕ ਪਾਤਸ਼ਾਹ ਜੀ ਕਿਵੇਂ ਪਰਮੇਸ਼ਰ ਹੋਏ? ਅਤੇ ਉੱਥੇ ਨਿਰਗੁਣ ਸਰੂਪ ਦੀ ਗੱਲ ਕੀਤੀ ਵੀ ਨਿਰਗੁਣ ਸਰੂਪ ਜੂਨੀਆਂ ਵਿੱਚ ਨਹੀਂ। ਇਹ ਬੜੇ ਸੂਖਸ਼ਮ ਖਾਲਸਾ ਜੀ ਵਿਚਾਰ ਨਿਰਣੇ ਹੈ ਵੀ ਤੁਹਾਨੂੰ ਅਕਸਰ ਹੀ ਬਹਿਸ ਚਰਚਾ, ਜਿਵੇਂ ਕੋਈ ਦੰਦ ਕਥਾ ਹੁੰਦੀ ਹੈ, ਉੱਥੇ ਅਕਸਰ ਹੀ ਇਹ ਲਪੇਟੇ ਵਿੱਚ ਲੈਂਦੇ ਵੀ ਨਾਲੇ ਤਾਂ ਕਿ ਗੁਰਬਾਣੀ ਐਂ ਆਂਦੀ ਹੈ। ਗੁਰਬਾਣੀ ਕਿਤੇ ਖਾਲਸਾ ਜੀ ਸਰਗੁਣ ਸਰੂਪ ਦੀ ਜਿਹੜੀ ਵੈ ਉਹ ਸਰਗੁਣ ਸਰੂਪ ਪਰਮੇਸ਼ਰ ਦੀ ਸ਼ੋਭਾ ਗਾਉਂਦੀ ਹੈ। ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ, ਗਾਵਤੇ ਉਦ ਰਹਿ ਸੁਣਤੇ ਉਦ ਰਹਿ ਬਿਨ ਸਹਿ ਪਾਪ ਕਨੇਰੇ। ਇਹ ਸਰਗੁਣ ਸਰੂਪ ਪਰਮੇਸ਼ਰ ਅਕਾਲ ਪੁਰਖ ਦੀ ਸ਼ੋਭਾ ਗਾਈ ਹੈ ਨਿਰਗੁਣ ਸਰੂਪ ਦੀ ਵਾਹਿਗੁਰੂ। ਅਤੇ ਇਸ ਤਰ੍ਹਾਂ ਹੁੰਦਾ ਵੀ ਨਿਰਗੁਣ ਸਰੂਪ ਦੇ ਜਿੱਥੇ ਸ਼ੋਭਾ ਗਾਈ ਗਈ ਹੈ ਉਹਨੂੰ ਬੇਅੰਤ ਬੇਅੰਤ ਆਖਿਆ ਜਾ ਸਕਦਾ ਹੈ। ਉਹਦੇ ਗੁਣਾਂ ਦਾ ਕੋਈ ਅੰਤ ਨਹੀਂ ਨਿਰਗੁਣ ਸਰੂਪ ਦੇ। ਅਤੇ ਸਰਗੁਣ ਸਰੂਪ ਦਾ ਆਪਾਂ ਕਥਨ ਕਰ ਸਕਦੇ ਹਾਂ। ਅਤੇ ਇਸ ਤਰ੍ਹਾਂ ਨਿਰਗੁਣ ਸਰੂਪ ਦਾ ਗਿਆਨ ਹੁੰਦਾ ਹੈ ਅਤੇ ਸਰਗੁਣ ਸਰੂਪ ਦਾ ਖਾਲਸਾ ਜੀ ਧਿਆਨ ਹੁੰਦਾ। ਨਿਰਗੁਣ ਸਰੂਪ ਦੀ ਉਪਾਸਨਾ ਕਿਵੇਂ ਹੁੰਦੀ ਹੈ? ਗਿਆਨ ਨਾਲ। ਸਰਗੁਣ ਸਰੂਪ ਦਾ ਧਿਆਨ ਧਾਰਿਆ ਜਾਂਦਾ। ਨਿਰਗੁਣ ਦਾ ਗਿਆਨ, ਸਰਗੁਣ ਦਾ ਧਿਆਨ ਹੁੰਦਾ। ਇਹਨਾਂ ਸੰਸਾ ਕੀਤਾ ਵੀ ਮਹਾਰਾਜ ਇਹ ਦੱਸੋ ਵੀ
ਪਰਮੇਸ਼ਰ ਦੇ ਜਿਹੜਾ ਨਿਰਗੁਣ ਤੇ ਸਰਗੁਣ ਸਰੂਪ ਦੋ ਹੈ, ਕਿਹਦੀ ਉਪਾਸਨਾ ਵੱਡੀ ਹੈ? ਗੁਰੂ ਨਾਨਕ ਪਾਤਸ਼ਾਹ ਦਾ ਕੀ ਕਹਿਣਾ ਇਹਦੇ ਬਾਬਤ ਵੀ ਨਿਰਗੁਣ ਸਰੂਪ ਨੂੰ ਪੂਜਿਆ ਕਰੀਏ ਕਿ ਸਰਗੁਣ ਸਰੂਪ ਨੂੰ? ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਭਾਈ ਇਹ ਤੁਹਾਡਾ ਸਵਾਲ ਹੀ ਗਲਤ ਹੈ। ਬੇਫਲ ਸੰਸਾ ਉਠਾਇਆ ਵੀ ਨਿਰਗੁਣ ਸੁਰਗੁਣ ਸਰਗੁਣ ਦੋ ਤਾਂ ਕਹੀਏ ਜਾਂ ਨਿਰਣਾ ਤੇ ਦਾ ਤਾਂ ਕਰੀਏ ਜੇ ਦੋ ਹੋਣ। ਸਰਗੁਣ ਵੀ ਪਰਮੇਸ਼ਰ ਹੈ ਤੇ ਨਿਰਗੁਣ ਵੀ ਪਰਮੇਸ਼ਰ ਹੈ। ਜਿਵੇਂ ਕਿਸੇ ਮਨੁੱਖ ਦੇ ਖਾਲਸਾ ਜੀ ਦੋ ਨਾਂ ਹੋਣ ਤੇ ਦੋ ਨਾਮ ਵਾਲੇ ਨੂੰ ਕੋਈ ਆਖੇ ਨਹੀਂ ਜੀ ਇਹ ਫਲਾਣਾ ਆ ਤੇ ਇਹਨੂੰ ਬੁਲਾਈਏ, ਆਹ ਨਾਂ ਦੇ ਨਾਲ ਸੰਬੋਧਨ ਹੋਵੇਗਾ, ਇਹਦਾ ਨਾਂ ਆ ਕਿ ਆਹ ਇਹਦਾ ਨਾਂ ਆ। ਜਾਂ ਆਖੇ ਵੀ ਨਹੀਂ ਮੈਂ ਇਹਨੂੰ ਨਹੀਂ ਮਿਲਣਾ ਤੇ ਆਹ ਫਲਾਣੇ ਨੂੰ ਮਿਲਣਾ। ਹੁਣ ਇੱਕ ਬੰਦੇ ਦੇ ਦੋ ਨਾਂ ਹੋਣ, ਚਾਹੇ ਇੱਕ ਨਾਮ ਲੈ ਕੇ ਆਵਾਜ਼ ਮਾਰ ਲਓ ਤਾਂ ਵੀ ਸੁਣੇਗਾ, ਚਾਹੇ ਦੂਜਾ ਨਾਮ ਲੈ ਕੇ ਆਵਾਜ਼ ਮਾਰ ਲਓ ਤਾਂ ਵੀ ਸੁਣੇਗਾ। ਉਹ ਜਦੋਂ ਮਨੁੱਖ ਤਾਂ ਇੱਕ ਹੈ ਨਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਭਾਈ ਦੋ ਵੀ ਵੱਖੋ ਵੱਖਰੀ ਪੂਜਾ ਤਾਂ ਆਖੀਏ ਨਾ ਜੇ ਉਹ ਦੋ ਹੋਵੇ ਤਾਂ ਉਹ ਪਰਮੇਸ਼ਰ ਤਾਂ ਭਾਈ ਇੱਕ ਹੈ, ਉਹੀ ਨਿਰਗੁਣ ਹੈ, ਉਹੀ ਸਰਗੁਣ ਹੈ। ਨਿਰਗੁਣ ਸਰਗੁਣ ਤਾ ਦੋਇ ਕਹੀਐ। ਨਿਰਗੁਣ ਤੇ ਸਰਗੁਣ ਦੋ ਤਾਂ ਆਖੇ ਜਾ ਸਕਦੇ ਹਨ। ਜਾ ਇਨ ਬਿਖੈ ਭੇਦ ਕੁਛ ਲਹੀਐ। ਜੇ ਇਹਨਾਂ ਦੋਹਾਂ ਦੇ ਵਿੱਚ ਕੋਈ ਭੇਦ ਹੋਵੇ ਵੀ ਪਰਮੇਸ਼ਰ ਤਾਂ ਇੱਕ ਹੀ ਹੈ, ਕਦੇ ਉਹ ਨਿਰਗੁਣ ਸਰੂਪ ਹੋ ਜਾਂਦਾ ਹੈ, ਕਦੇ ਉਹ ਸਰਗੁਣ ਸਰੂਪ ਹੋ ਜਾਂਦਾ ਹੈ। ਸ੍ਰੀ ਮੁਖ ਵਾਕ ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ। ਤੋ ਪਾਤਸ਼ਾਹ ਮਹਾਰਾਜ ਨੇ ਖਾਲਸਾ ਜੀ ਫਿਰ ਸੁਖਮਣੀ ਸਾਹਿਬ ਵਿੱਚ ਜਿਹੜਾ ਇਹ ਸ਼ਲੋਕ ਆਉਂਦਾ ਇਹ ਉਚਾਰ ਕੇ ਇਹਨਾਂ ਦਾ ਸ਼ੰਕਾ ਦੂਰ ਕੀਤਾ। ਮਹਾਰਾਜ ਕਹਿੰਦੇ ਭਾਈ ਸਰਗੁਣ ਨਿਰਗੁਣ ਨਿਰੰਕਾਰ, ਉਹ ਜਿਹੜਾ ਨਿਰੰਗ ਰਹਿਤ ਹੈ ਨਾ ਆਕਾਰ ਤੋਂ ਪਰਮੇਸ਼ਰ, ਉਹੀ ਸਰਗੁਣ ਸਰੂਪ ਹੈ, ਉਹੀ ਨਿਰਗੁਣ ਸਰੂਪ ਹੈ। ਸੁਨ ਸਮਾਧੀ ਆਪ। ਹਾਂ, ਉਹ ਪਰਮੇਸ਼ਰ ਅਕਾਲ ਪੁਰਖ ਆਪ ਹੀ ਭਾਈ ਸੁਨ ਸਮਾਧੀ ਤੇ ਆਪ ਹੀ ਨਿਰੰਗ ਰਹਿਤ ਹੈ। ਕਿਸੇ ਆਕਾਰ ਤੋਂ ਨਿਰਗੁਣ ਵੀ ਉਹੀ ਹੈ, ਸਰਗੁਣ ਵੀ ਉਹੀ ਹੈ, ਇੱਕ ਹੀ ਹੈ। ਆਪਨ ਕੀਆ ਨਾਨਕਾ। ਉਹ ਸੰਸਾਰ ਬਣਾਉਂਦਾ ਜਦੋਂ ਉਦੋਂ ਨਿਰਗੁਣ ਸਰੂਪ ਹੈ, ਜਦੋਂ ਸੰਸਾਰ ਬਣਾਉਂਦਾ ਉਹ ਨਿਰਗੁਣ ਸਰੂਪ, ਜਦੋਂ ਸੰਸਾਰ ਨੂੰ ਪੈਦਾ ਕਰਦਾ ਆਪਣ ਉਸੇ ਦਾ ਹੀ ਪੈਦਾ ਕੀਤਾ ਇਹ ਸੰਸਾਰ ਹੈ। ਆਪੇ ਹੀ ਫਿਰ ਜਾਪ। ਤੇ ਆ ਸਰਗੁਣ ਸਰੂਪ ਹੋ ਕੇ ਚਾਹੇ ਆ ਜੀਵ ਹੋ ਕਰਕੇ ਆਪ ਹੀ ਆਪ ਦਾ ਜਾਪ ਆਪ ਹੀ ਜਪੀ ਜਾਂਦਾ। ਬਣਾਉਂਦਾ ਵੀ ਉਹ ਹੈ ਤੇ ਜਪਣ ਵਾਲਾ ਵੀ ਉਹ ਹੈ, ਕਿਉਂਕਿ ਜੀਵਾਂ ਦੇ ਵਿੱਚ ਵੀ ਉਸੇ ਦੀ ਜੋਤ ਹੈ। ਤੋ ਆਪਾਂ ਜੇ ਪਰਮੇਸ਼ਰ ਦਾ ਨਾਮ ਜਪਦੇ ਹਾਂ ਤੇ ਸਾਧ ਸੰਗਤ ਜੀ ਜੀਵ ਦੇ ਵਿੱਚ ਜਿਹੜੀ ਚੇਤਨ ਸੱਤ ਹੈ ਉਹ ਕੀ ਹੈ ਸਾਡੇ ਵਿੱਚ, ਜਿਹਦੇ ਕਰਕੇ ਅਸੀਂ ਜਿਉਂਦੇ ਫਿਰਦੇ, ਉਹ ਵੀ ਤਾਂ ਪਰਮੇਸ਼ਰ ਹੈ ਨਾ। ਤੇ ਪਰਮੇਸ਼ਰ ਆਪ ਹੀ ਏਕੋਹੰ ਬਹੁ ਸਿਆਮੰ, ਇੱਕ ਤੋਂ ਬਹੁਤੇ ਰੂਪ ਹੋ ਕਰਕੇ ਤੇ ਆਪ ਹੀ ਆਪ ਦਾ ਜਾਪ ਜਪੀ ਜਾਂਦਾ ਹੈ। ਉਹੀ ਪਰਮੇਸ਼ਰ ਅਕਾਲ ਪੁਰਖ ਇਹ ਜੀਵਾਂ ਨੂੰ ਬਣਾਉਣ ਵਾਲਾ ਹੈ ਤੇ ਜੀਵ ਰੂਪ ਹੋ ਕਰਕੇ ਆਪ ਹੀ ਨਾਮ ਜਪੀ ਜਾਂਦਾ ਹੈ, ਆਪ ਦਾ ਜਾਪ ਆਪੇ ਹੀ ਕਰੀ ਜਾਂਦਾ ਹੈ। ਚਉਪਈ ਪਾਰ ਬ੍ਰਹਮ ਨਿਜ ਇੱਛਾ ਕਰਕੇ। ਫਿਰ ਮਹਾਰਾਜ ਦੱਸਦੇ ਭਾਈ ਜਿਹੜਾ ਪਰਮੇਸ਼ਰ ਬ੍ਰਹਮ ਹੈ, ਜਦੋਂ ਆਪ ਦੇ ਅੰਦਰ ਉਹਦੇ ਫੁਰਨਾ ਉੱਠਦਾ ਹੈ, ਇੱਛਾ ਕਰਦਾ ਹੈ, ਸਗੁਣ ਸਰੂਪ ਆਪਣੋ ਧਰਕੈ। ਤੇ ਆਪ ਦਾ ਸਰਗੁਣ ਸਰੂਪ ਧਾਰ ਲੈਂਦਾ, ਸਰਗੁਣ ਸਰੂਪ ਵਿੱਚ ਆ ਜਾਂਦਾ। ਜਿਵੇਂ ਪਰਮੇਸ਼ਰ ਨੇ ਇੱਛਾ ਕੀਤੀ ਵੀ ਧਰਤੀ ਨੂੰ ਆਸਰਾ ਦੇਣਾ ਚਾਹੀਦਾ, ਧਰਤੀ ਵਿਆਕੁਲ ਹੋ ਰਹੀ ਪਾਪਾਂ ਨਾਲ, ਜਦੋਂ ਪਰਮੇਸ਼ਰ ਦੇ ਮਨ ਵਿੱਚ ਇੱਛਾ ਹੋਈ ਨਿਰਗੁਣ ਸਰੂਪ ਦੇ ਤੇ ਉਹ ਸਰਗੁਣ ਸਰੂਪ ਹੋ ਕਰਕੇ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਧਾਰ ਲਿਆ ਸੀ। ਜਗ ਕੀ ਸਕਲ ਮਿਰਜਾਦ ਕਰਾਵਹਿ। ਤੇ ਇਸ ਤਰ੍ਹਾਂ ਸਰਗੁਣ ਸਰੂਪ ਹੋ ਕਰਕੇ ਸੰਸਾਰ ਤੇ ਪਰਮੇਸ਼ਰ ਅਵਤਰਦਾ ਤੇ ਸੰਸਾਰ ਦੀ ਮਰਿਆਦਾ ਫਿਰ ਬਹਾਲ ਕਰ ਦਿੰਦਾ ਹੈ। ਸਭ ਕੀ ਪਾਲਣ ਕਰ ਜੀਵਾਵਹਿ। ਸਾਰਿਆਂ ਦੀ ਪਾਲਣ ਪੋਸ਼ਣ ਕਰਨ ਵਾਲਾ, ਸਭ ਨੂੰ ਚੇਤਨ ਸੱਤਾ ਦੇ ਕੇ ਜਿਉਂਦਾ ਰੱਖਣ ਵਾਲਾ ਹੈ। ਧਰ ਅਵਤਾਰਨ ਦੁਸ਼ਟ ਬਿਨਾਸਾ ਹੈ। ਜਦੋਂ ਦੁਸ਼ਟਾਂ ਦਾ ਨਾਸ਼ ਕਰਨਾ ਹੁੰਦਾ ਹੈ ਉਦੋਂ ਪਰਮੇਸ਼ਰ ਫਿਰ ਸਰਗੁਣ ਅਵਤਾਰ ਧਾਰਦਾ ਹੈ, ਜਿਵੇਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀਆਂ ਧਾਰਿਆ। ਇਸ ਤਰ੍ਹਾਂ ਮਹਾਰਾਜ ਕਹਿੰਦੇ ਪਰਮੇਸ਼ਰ ਜਿਹੜਾ ਹੈ ਉਹ ਭਾਈ ਸਰਗੁਣ ਸਰੂਪ ਅਵਤਾਰ ਧਾਰ ਲੈਂਦਾ ਹੈ। ਸੁਖ ਸੰਤਨ ਕੇ ਹਿਰਦੈ ਪ੍ਰਕਾਸ਼ ਹੈ। ਤੇ ਜਦੋਂ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਪਰਮੇਸ਼ਰ ਆਉਂਦਾ ਹੈ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆ ਨਿੰਦਕਾ ਪਿੱਠ ਦੇ ਨਾਮ ਦਿਓ, ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ। ਤੋ ਇਹੋ ਜਿਹਾ ਦੀਨ ਦਿਆਲ ਪਰਮੇਸ਼ਰ ਹੈ
ਸੰਤਾਂ ਨੂੰ ਸੁਖ ਦੇਣ ਵਾਲਾ ਹੈ, ਹਿਰਦੇ ਵਿੱਚ ਸੰਤਾਂ ਦੇ ਸੁਖ ਦਾ ਪ੍ਰਕਾਸ਼ ਕਰਨ ਵਾਲਾ ਹੈ ਤੇ ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਹੈ। ਪੁਨ ਸੋਈ ਨਿਰਇਛਤ ਤੇ ਹੋਏ, ਜਦੋਂ ਉਹੀ ਸਰਗੁਣ ਸਰੂਪ ਨਿਰਇਛਤ ਹੋ ਜਾਂਦਾ ਹੈ, ਇੱਛਾ ਤੋਂ ਰਹਿਤ, ਨਿਰਗੁਣ ਬਣ ਹੈ ਆਕਾਰ ਸੋ ਤੇ ਖੋਏ। ਆਪਦਾ ਆਕਾਰ ਗਵਾ ਕੇ ਫਿਰ ਨਿਰਗੁਣ ਸਰੂਪ ਹੋ ਜਾਂਦਾ ਹੈ। ਜਥਾ ਹੋਏ ਮਹਿ ਪਾਲਕ ਏਕ, ਇਸ ਤੇ ਪਾਤਸ਼ਾਹ ਜੀ ਹੁਣ ਪ੍ਰਮਾਣ ਦੇ ਕੇ ਇਹਨਾਂ ਨੂੰ ਸਮਝਾਉਂਦੇ ਆ ਕਿ ਭਾਈ ਜਿਵੇਂ ਇੱਕ ਰਾਜਾ ਹੁੰਦਾ ਹੈ ਬੜਾ ਭਾਰੀ ਤਗੜਾ ਪ੍ਰਿਥਵੀ ਦੇ ਪਾਲਣ ਵਾਲਾ, ਜਬ ਇੱਛਾ ਕੋ ਤਰਹਿ ਵਿਵੇਕ, ਜਦੋਂ ਇੱਛਾ ਧਾਰਦਾ ਕੋ ਗਿਆਨ ਸਹਿਤ ਹੋ ਕਰਕੇ ਉਹ ਰਾਜਾ ਮਨ ਵਿੱਚ ਕਦੇ ਫੁਰਨਾ ਇੱਛਾ ਕਰ ਲੈਂਦਾ ਹੈ। ਵਸਤਰ ਸ਼ਸਤਰ ਕੋ ਪਹਿਰਹਿ ਤਨ ਮੈਂ, ਤੇ ਜਦੋਂ ਮਰਜ਼ੀ ਹੁੰਦੀ ਰਾਜਾ ਤਲਵਾਰ ਪਹਿਨ ਲੈਂਦਾ ਹੈ, ਸਿਰ ਤੇ ਮੁਕਟ ਰੱਖ ਲੈਂਦਾ ਹੈ, ਹੱਥਾਂ ਤੇ ਬਹੁਟੇ ਤੇ ਸੁੰਦਰ ਹਾਰ, ਵੱਡਾ ਸੁੰਦਰ ਪੁਸ਼ਾਕਾ ਪਾ ਕੇ ਸ਼ਸਤਰ ਬਸਤਰ ਧਾਰ ਲੈਂਦਾ ਰਾਜਾ ਬਣ ਬਹਿੰਦਾ ਹੈ। ਬੈਠਹਿ ਸਭਾ ਬਿਖੈ ਮੁਦ ਮਨ ਤੇ ਮੈਂ, ਮਨ ਵਿੱਚ ਆਨੰਦ ਸਹਿਤ ਹੋ ਕਰਕੇ ਵੀਰ ਰਸ ਵਿੱਚ ਆਉਂਦਾ ਹੋਇਆ ਰਾਜਾ ਸਜਾ ਕੇ ਸਭਾ ਲਾ ਕੇ ਬਹਿ ਜਾਂਦਾ ਹੋਵੇ। ਨਿਜ ਇੱਛਾ ਜਬ ਤਜਬੇ ਧਰੈ, ਤੇ ਜਦੋਂ ਉਹਦੀ ਇੱਛਾ ਹੁੰਦੀ ਵੀ ਹੁਣ ਦਰਬਾਰ ਖਤਮ ਹੋ ਗਿਆ, ਆਪਦੀ ਇੱਛਾ ਜਦੋਂ ਛੱਡ ਦਿੰਦਾ ਰਾਜਾ ਬਣਨ ਦੀ, ਸ਼ਸਤਰ ਵਸਤਰ ਤਨ ਤੇ ਪਰ ਹਰੈ, ਤੇ ਆਪਣੇ ਆਰਾਮ ਕੋਸ਼ ਵਿੱਚ ਜਾ ਕਰਕੇ ਸ਼ਸਤਰ ਬਸਤਰ ਸਾਰੇ ਲਾਹ ਦਿੰਦਾ ਤੇ ਸਧਾਰਨ ਕੱਪੜੇ ਪਹਿਨ ਲੈਂਦਾ ਹੈ। ਹੋਏ ਇਕਾਕੀ ਸਹਿਜਾ ਸੋਵੈ, ਜਦੋਂ ਸੌਣਾ ਹੁੰਦਾ ਫਿਰ ਕੱਲਾ ਹੋ ਕਰਕੇ ਸੇਜਾ ਤੇ ਪੈ ਜਾਂਦਾ ਹੈ। ਤੇ ਰਾਜਾ ਹੁਣ ਮੁਕਟ ਕਰਕੇ ਹੀ ਰਾਜਾ ਲੱਗਦਾ ਨਾ, ਸੋਹਣੇ ਕੱਪੜੇ ਪਾਏ ਆ, ਚੰਗਾ ਹਾਰ ਗਹਿਣੇ ਪਾਏ ਆ, ਤਲਵਾਰ ਪਹਿਨੀ ਆ, ਸੀਸ ਤੇ ਮੁਕਟ ਝੁੱਲਦਾ, ਚੌਰ ਹੁੰਦਾ, ਉਹ ਰਾਜਾ ਲੱਗਦਾ। ਤੇ ਕੀ ਜਦੋਂ ਫਿਰ ਰਾਤ ਨੂੰ ਬਰਾਤ ਜਾਂਦਾ, ਉਹ ਰਾਜਿਆਂ ਵਾਲਾ ਪੁਸ਼ਾਕਾ ਲਾਹ ਦਿੰਦਾ ਤੇ ਮਹਾਰਾਜ ਕਹਿੰਦੇ ਉਹ ਰਾਜਾ ਨਹੀਂ ਰਹਿੰਦਾ। ਰਾਜਾ ਤਾਂ ਵੀ ਰਾਜਾ ਹੀ ਹੈ, ਚਾਹੇ ਉਹ ਕਚਹਿਰੀ ਵਿੱਚ ਲਾ ਕੇ ਕਚਹਿਰੀ ਬੈਠਾ ਹੋਵੇ ਤੇ ਚਾਹੇ ਆਪਣੇ ਆਰਾਮਗਾਹ ਵਿੱਚ ਸਭ ਜਿਹੜਾ ਵੈ ਸਧਾਰਨ ਕੱਪੜੇ ਪਹਿਨ ਕੇ ਤੇ ਗਹਿਣੇ ਗੱਟੇ ਤਲਵਾਰ ਸਭ ਮੁਕਟ ਸੀਸ ਦਾ ਲਾਹ ਕਰਕੇ ਬੈਠ ਜਾਵੇ। ਤਬ ਤਿਸ ਕੋ ਨਾ ਬਿਲੋਚਨ ਜੋਵੈ, ਤੇ ਕੀ ਉਦੋਂ ਨੇਤਰ ਨਹੀਂ ਵੇਖਦੇ ਰਾਜਾ ਹੈ ਜਾਂ ਨਹੀਂ? ਉਦੋਂ ਵੇਖਣ ਨੂੰ ਜ਼ਰੂਰ ਪ੍ਰਤੀਤ ਹੁੰਦਾ ਵੀ ਇੱਕ ਸਧਾਰਨ ਆਦਮੀ, ਜੇ ਰਾਜਾ ਹੁੰਦਾ ਤੇ ਇਹਦੇ ਸਿਰ ਤੇ ਮੁਕਟ ਨਾ ਹੁੰਦਾ, ਇਹਦੇ ਗਾਤਰੇ ਤਲਵਾਰ ਨਾ ਪਾਈ ਹੁੰਦੀ। ਜੇ ਰਾਜਾ ਹੁੰਦਾ ਤਾਂ ਉਦੋਂ ਭੁਲੇਖਾ ਜ਼ਰੂਰ ਪੈਂਦਾ ਹੈ, ਪਰ ਵਾਸਤਵ ਵਿੱਚ ਹੁੰਦਾ ਰਾਜਾ ਹੀ ਹੈ। ਜੋ ਰਾਜਾ ਟਿਗ ਕਰਹਿ ਪੁਕਾਰਨ, ਤੇ ਜੇ ਕੋਈ ਆ ਕੇ ਰਾਜੇ ਦੇ ਪਾਸ ਪਹੁੰਚ ਕਰਕੇ ਕੋਈ ਜਿਹੜਾ ਦੀਨ ਦੁਖੀ ਹੈ ਉਹ ਬੇਨਤੀ ਕਰੇ, ਆਪਦੀ ਫਰਿਆਦ ਲੈ ਕੇ ਆਵੇ, ਲੇਹ ਨਾਮ ਬਹਸ ਜਾਸ ਉਚਾਰਨ, ਤੇ ਦਰਬਾਰ ਵਿੱਚ ਪਹੁੰਚ ਕੇ ਉੱਚੀ ਉੱਚੀ ਆਵਾਜ਼ਾਂ ਮਾਰ ਮਾਰ ਕੇ ਰਾਜੇ ਦੀ ਸੋਭਾ ਗਾਉਂਦਾ ਹੈ। ਜੇ ਨਿਰਪ ਸਭਾ ਮਾਹੀ ਕੈ ਅੰਤਰ, ਤੇ ਹੁਣ ਰਾਜਾ ਚਾਹੇ ਤਾਂ ਸਭਾ ਵਿੱਚ ਹੋਵੇ, ਉੱਥੇ ਕੋਈ ਫਰਿਆਦ ਲੈ ਕੇ ਆਵੇ ਤੇ ਤਾਂ ਵੀ ਸੁਣਦਾ ਹੀ ਆ ਨਾ ਰਾਜਾ। ਤੇ ਜੇ ਕੋਈ ਰਾਜਾ ਆਪਦੇ ਆਰਾਮ ਕੋਸ਼ ਵਿੱਚ ਹੈ ਤੇ ਉੱਥੇ ਵੀ ਜੇ ਕੋਈ ਫਰਿਆਦ ਲੈ ਕੇ ਆਉਂਦਾ ਹੈ, ਰਾਜਾ ਉੱਥੇ ਵੀ ਉਹਦੀ ਫਰਿਆਦ ਸੁਣਦਾ ਹੈ। ਸੁਣਹਿ ਪੁਕਾਰਨ ਸੋ ਜਾਸ ਨਿਰੰਤਰ, ਹਾਂ, ਜਦੋਂ ਆਪਦਾ ਵਡਿਆਈ ਸੋਭਾ ਇੱਕ ਰਸ ਸੁਣਦਾ ਤੇ ਦੀਨ ਦੁਖੀ ਦੀ ਪੁਕਾਰ ਸੁਣਦਾ, ਬੇਨਤੀ ਸੁਣਦਾ ਹੈ। ਦੋਨਹ ਥਲ ਤੇ ਕਰਹਿ ਸਹਾਏ, ਉਹ ਦੋਵਾਂ ਥਾਵਾਂ ਤੋਂ ਹੀ ਰਾਜਾ ਸਹਾਇਤਾ ਕਰ ਸਕਦਾ, ਚਾਹੇ ਦਰਬਾਰ 'ਚ ਬੈਠਾ ਰਾਜਾ ਤੇ ਉਦੋਂ ਹਾਲਾਂਕਿ ਸੀਸ ਤੇ ਮੁਕਟ ਹੈ ਤੇ ਸ਼ਕਲ ਵੀ ਰਾਜਿਆਂ ਵਰਗੀ ਸੂਰਤ ਵੀ ਬਣਾਈ ਹੋਈ ਹੈ, ਉੱਥੇ ਵੀ ਫਰਿਆਦ ਉੱਥੇ ਤਾਂ ਸੁਣਨੀ ਹੈ। ਪਰ ਜੇ ਮੁਕਟ ਵੀ ਲਾਇਆ ਹੋਇਆ ਹੈ ਤੇ ਬਿਲਕੁਲ ਸਧਾਰਨ ਕੱਪੜੇ ਵਿੱਚ ਵੀ ਰਾਜਾ ਫਿਰਦਾ ਹੋਵੇ, ਉਹ ਉੱਥੇ ਵੀ ਸਮਰੱਥਾ ਰੱਖਦਾ ਕਿਸੇ ਦੀ ਸਹਾਇਤਾ ਕਰਨ ਦੀ, ਉੱਥੇ ਵੀ ਨਿਆਂ ਦਿਵਾ ਸਕਦਾ ਹੈ। ਸਗਰੇ ਸੰਕਟ ਕੋ ਬਿਨਸਾਏ, ਤੇ ਬੇਨਤੀ ਅਰਦਾਸ ਜਿਹੜਾ ਫਰਿਆਦ ਲੈ ਕੇ ਆਇਆ ਉਹਦੇ ਸਾਰੇ ਦੁੱਖਾਂ ਨੂੰ ਕੱਟ ਸਕਦਾ ਹੈ, ਚਾਹੇ ਰਾਜਾ ਮਹਿਲ ਦੇ ਵਿੱਚ ਹੋਵੇ ਤੇ ਚਾਹੇ ਕਚਹਿਰੀ ਵਿੱਚ ਹੋਵੇ ਤੇ ਚਾਹੇ ਸ਼ਿਕਾਰ ਤੇ ਚੜ੍ਹਿਆ ਹੋਵੇ, ਜਿੱਥੇ ਮਰਜ਼ੀ ਹੋਵੇ ਰਾਜਾ ਉੱਥੇ ਹੀ ਦੁਖੀ ਦੀ ਫਰਿਆਦ ਸੁਣ ਕੇ ਉਹਨੂੰ ਸੁੱਖ ਦਿਵਾ ਸਕਦਾ, ਉਹਦਾ ਦੁੱਖ ਨਾਸ਼ ਕਰ ਸਕਦਾ ਹੈ। ਤਿਮ ਸ਼੍ਰੀ ਨਾਨਕ ਪੰਥ ਬਤਾਇਓ, ਤੋ ਗਰੀਬ ਨਵਾਜ ਕਹਿੰਦੇ ਭਾਈ ਸਿੱਖੋ, ਇਸ ਤਰ੍ਹਾਂ ਭਾਈ ਡੱਲਾ ਜੀ, ਭਾਈ ਭਗੀਰਥ ਜੀ, ਗੁਰੂ ਨਾਨਕ ਪਾਤਸ਼ਾਹ ਨੇ ਪਰਮੇਸ਼ਰ ਦੇ ਪ੍ਰਾਪਤੀ ਦਾ ਰਸਤਾ ਦੱਸਣਾ ਕੀਤਾ ਹੈ। ਇਹ ਮਹਾਰਾਜ ਦੇ ਘਰ ਦਾ ਸਿਧਾਂਤ ਹੈ। ਸਿਮਰਨ ਨਾਮ ਦੋਹਨ ਦਿਸ਼ ਪਾਇਓ, ਵੀ ਗੁਰੂ ਪਰਮੇਸ਼ਰ ਅਕਾਲ ਪੁਰਖ ਜਿਹੜਾ ਉਹਦਾ ਤਾਂ ਸਿਮਰਨ ਦੋ ਪਾਸੇ ਉਹਨੂੰ ਪਾਉਂਦਾ ਹੈ,
ਚਾਹੇ ਨਿਰਗੁਣ ਸਰੂਪ ਦੇ ਗੁਣ ਗਾਈ ਜਾਓ ਤੇ ਚਾਹੇ ਸਰਗੁਣ ਸਰੂਪ ਦੇ ਗੁਣ ਗਾਉਂਦੇ ਜਾਓ। ਆਪਣੋ ਨਾਮ ਸੁਗੁਣ ਜੇ ਸੁਨ ਹੈ। ਜੇ ਤਾਂ ਪਰਮੇਸ਼ਰ ਆਪਦੇ ਸਰਗੁਣ ਸਰੂਪ ਦਾ ਨਾਮ ਸੁਣ ਲਵੇ, ਆਖੋ ਧੰਨ ਗੁਰੂ ਨਾਨਕ ਪਾਤਸ਼ਾਹ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸਾਡੀ ਬੇਨਤੀ ਸੁਣੋ। ਜੇ ਨਾਂ ਲੈ ਕੇ ਆਖੋ ਸਰਗੁਣ ਸਰੂਪ ਦਾ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ ਪਾਤਸ਼ਾਹ ਸਾਡੀ ਬੇਨਤੀ ਸੁਣੋ, ਬੜੇ ਦੁਖੀ ਹਾਂ। ਜੇ ਨਾਂ ਲੈ ਕੇ ਸਰਗੁਣ ਸਰੂਪ ਦਾ ਅਸੀਂ ਬੇਨਤੀ ਕਰਦੇ ਹਾਂ ਹੋਏ ਸਹਾਇਕ ਸੰਕਟ ਹਨ ਹੈ। ਤੇ ਉਹ ਪਰਮੇਸ਼ਰ ਜਿਹੜਾ ਗੁਰੂ ਨਾਨਕ ਰੂਪ ਹੋ ਕਰਕੇ ਤੁਹਾਡਾ ਸੰਕਟ ਦੂਰ ਕਰ ਦੇਵੇਗਾ। ਜੇ ਗੁਰੂ ਅਮਰਦਾਸ ਪਾਤਸ਼ਾਹ ਦਾ ਧਿਆਨ ਧਰ ਕੇ ਅਰਦਾਸ ਬੇਨਤੀ ਕਰੋਗੇ ਤੇ ਗੁਰੂ ਅਮਰਦਾਸ ਪਾਤਸ਼ਾਹ ਸਰੂਪ ਹੋ ਕਰਕੇ ਤੁਹਾਡਾ ਦੁੱਖ ਦੂਰ ਕਰੇਗਾ। ਜੇ ਤੁਸੀਂ ਉਸ ਪਰਮੇਸ਼ਰ ਨੂੰ ਗੁਰੂ ਰਾਮਦਾਸ ਮਹਾਰਾਜ ਕਹਿ ਕੇ ਪੂਜੋਗੇ, ਬੇਨਤੀ ਕਰੋਗੇ ਤੇ ਗੁਰੂ ਰਾਮਦਾਸ ਮਹਾਰਾਜ ਹੋ ਕਰਕੇ ਉਹ ਪਰਮੇਸ਼ਰ ਤੁਹਾਡੇ ਦੁੱਖ ਦੂਰ ਕਰ ਦੇਵੇਗਾ। ਸਤਨਾਮ ਜਾਪਕ ਨਰ ਜਾਨ। ਤੇ ਸੱਚਾ ਨਾਮ ਜਿਹੜਾ ਵਾ, ਜੇ ਕੋਈ ਜਪਣ ਵਾਲਾ ਮਨੁੱਖ ਹੈ ਉਹ ਜਾਣਦਾ ਇਸ ਗੱਲ ਨੂੰ ਸਾਰੇ ਨੂੰ ਵੀ ਪਰਮੇਸ਼ਰ ਇੱਕ ਹੀ ਹੈ। ਉਹ ਚਾਹੇ ਸਰਗੁਣ ਸਰੂਪ ਦਾ ਧਿਆਨ ਧਾਰ ਲਈਏ ਤੇ ਚਾਹੇ ਨਿਰਗੁਣ ਦੇ ਗੁਣ ਗਾ ਲਈਏ। ਨਿਰਗੁਣ ਕੋ ਪ੍ਰਾਪਤ ਹੋਏ ਗਿਆਨ। ਜਿਹੜਾ ਨਾਮ ਜਪਣ ਵਾਲਾ ਹੈ ਨਾ ਪਰਮੇਸ਼ਰ ਦਾ, ਉਹਨੂੰ ਗਿਆਨ ਪ੍ਰਾਪਤ ਹੁੰਦਾ ਨਿਰਗੁਣ ਸਰੂਪ ਦਾ। ਦੋਹਰਾ ਨਿਰਗੁਣ ਸਗੁਣ ਉਪਾਸਨਾ। ਤੋ ਪਾਤਸ਼ਾਹ ਕਹਿੰਦੇ ਭਾਈ ਨਿਰਗੁਣ ਸਰੂਪ ਤੇ ਸਰਗੁਣ ਸਰੂਪ, ਇਹਨਾਂ ਦੋਵਾਂ ਸਰੂਪਾਂ ਦੀ ਜਿਹੜੀ ਉਪਾਸਨਾ ਹੈ, ਪੂਜਾ ਹੈ, ਦਵੈਤੇ ਜਾਨ ਮਹਾਨ। ਇਹਨਾਂ ਦੋਵਾਂ ਤੋਂ ਮਹਾਰਾਜ ਕਹਿੰਦੇ ਇੱਕ ਹੋਰ ਵੀ ਵੱਡੀ ਚੀਜ਼ ਹੈ ਭਾਈ। ਨਿਰਗੁਣ ਤੇ ਸਰਗੁਣ ਸਰੂਪ ਦੀ ਉਪਾਸਨਾ ਤੋਂ ਇੱਕ ਹੋਰ ਸ਼ੈ ਵੀ ਬੜੀ ਮਹਾਨ ਵੱਡੀ ਹੈ। ਨਿਸ ਦਿਨ ਕਰਨ ਉਪਾਸਨਾ। ਉਹ ਮਹਾਰਾਜ ਕਹਿੰਦੇ ਭਾਈ, ਇਹ ਪੁੱਛਦੇ ਮਹਾਰਾਜ ਉਹ ਕੀ ਵੀ ਨਿਰਗੁਣ ਤੇ ਸਰਗੁਣ ਸਰੂਪ ਦੀ ਉਪਾਸਨਾ ਤੋਂ ਵੀ ਕੋਈ ਵੱਡਾ ਹੈ? ਤੋ ਗਰੀਬ ਨਵਾਜ ਕਹਿੰਦੇ ਹਾਂ ਭਾਈ ਹੈ। ਉਹ ਕੀ ਹੈ? ਮਹਾਰਾਜ ਕਹਿੰਦੇ ਨਾਮ ਹੈ ਭਾਈ। ਜਿਹੜਾ ਦਿਨ ਰਾਤ ਪਰਮੇਸ਼ਰ ਦਾ ਨਾਮ ਜਪਣਾ, ਸਿਮਰਨ ਕਰਨਾ ਹੈ। ਸਤਨਾਮ ਕੀ ਮਾਨ। ਉਹ ਕੀ ਹੈ ਭਾਈ? ਉਹ ਮਾਨ ਪ੍ਰਮਾਣਿਕ ਹੈ। ਸਤਨਾਮ ਵਾਹਿਗੁਰੂ 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 ਸਿਮਰਨ। ਸਿਮਰਨ ਨਿਰਗੁਣ ਤੇ ਸਰਗੁਣ ਦੋਵਾਂ ਸਰੂਪਾਂ ਤੋਂ ਵੱਡਾ ਨਾਮ ਹੈ। ਚੌਪਈ ਜੈ ਸ੍ਰੀ ਰਾਮਚੰਦ ਸਮਰੱਥ। ਕਹਿੰਦੇ ਮਹਾਰਾਜ ਅਸੀਂ ਸਮਝੇ ਨਹੀਂ ਵੀ ਨਿਰਗੁਣ ਤੇ ਸਰਗੁਣ ਸਰੂਪ ਇਹਨਾਂ ਦੋਵਾਂ ਦੀ ਉਪਾਸਨਾ ਤੋਂ ਸਿਮਰਨ ਕਿਵੇਂ ਵੱਡਾ ਹੈ। ਤੋ ਮਹਾਰਾਜ ਹੁਣ ਦੱਸਣ ਲੱਗੇ ਕਿ ਭਾਈ ਸੁਣੋ, ਜਿਵੇਂ ਜਿਹੜੇ ਤ੍ਰੇਤੇ ਸਮੇਂ ਵਿੱਚ ਰਾਮਚੰਦਰ ਭਗਵਾਨ ਹੋਏ ਹੈ, ਚਾਹੇ ਉਹ 14 ਕਲਾਂ ਸਮਰੱਥ ਸਨ, ਸਭ ਸ਼ਕਤੀ ਕੋਲ ਰੱਖਣ ਵਾਲੇ ਸੀ। ਉਤਰਨ ਚਾਹੇ ਸਾਗਰ ਕੇ ਪੱਥ। ਤੇ ਜੇ ਉਹ ਚਾਹੁੰਦੇ ਨਾ ਵੀ ਜਦੋਂ ਸੀਤਾ ਨੂੰ ਛੁਡਾਉਣ ਲੰਕਾ ਤੋਂ ਗਏ ਹੈ, ਤੇ ਜੇ ਸਮੁੰਦਰ ਪਾਰ ਕਰਨਾ ਚਾਹੁੰਦੇ ਤੇ ਸਿੱਧਾ ਹੀ ਪਾਰ ਕਰ ਸਕਦੇ ਸਨ। ਜੇ ਕਰ ਚਾਹੇ ਸੁਕਾਵਹਿ ਜਲ ਕੋ। ਤੇ ਜੇ ਚਾਹੁੰਦੇ ਤੇ ਅਗਨ ਬਾਣ ਦੇ ਨਾਲ ਉਹ ਸਾਰੇ ਦਾ ਸਾਰਾ ਸਮੁੰਦਰ ਦਾ ਜਲ ਵੀ ਸੁਕਾ ਸਕਦੇ ਸਨ। ਉਲੰਘਹਿ ਪਾਰ ਲਏ ਕਪ ਦਲ ਕੋ। ਤੇ ਸਾਰੇ ਉਹ ਜਿਹੜਾ ਬਾਂਦਰਾਂ ਦੀ ਫੌਜ ਸੀ ਉਹਨਾਂ ਨੂੰ ਨਾਲ ਲੈ ਕੇ ਪਾਰ ਹੋ ਸਕਦੇ ਸੀ, ਸਮੁੰਦਰ ਵੀ ਸੁਕਾਉਣ ਦੀ ਸਮਰੱਥਾ ਰੱਖਦੇ ਸਨ। ਤਉ ਵਿਚਾਰਨ ਐਸੀ ਕਰੈ। ਪਰ ਫਿਰ ਵੀ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮਚੰਦਰ ਜੀਆਂ ਇਹ ਵਿਚਾਰ ਕਰਨਾ ਕੀਤਾ ਸੀ। ਹਮ ਕੋ ਮਿਲ ਥੋਰੇ ਨਿਸ਼ਤਰੈ। ਵੀ ਜੇ ਅਸੀਂ ਆਪ ਦੇ ਨਾਲ ਲੈ ਕੇ ਜਾਵਾਂਗੇ, ਸਮੁੰਦਰ ਸਿੱਧਾ ਵੀ ਲੰਘ ਜਾਈਏ, ਸੁਕਾ ਕੇ ਵੀ ਲੰਘ ਜਾਈਏ, ਸਾਡੇ ਨਾਲ ਤਾਂ ਉਹ ਹੀ ਤਰਨਗੇ ਨਾ ਜਿਹੜੇ ਸਾਡੇ ਨਾਲ ਨਾਲ ਹੋਣਗੇ, ਲਾਗੇ ਲਾਗੇ ਹੋਵਣਗੇ। ਨਾਮ ਜਪੈ ਬਹੁ ਕੋ ਕਲਿਆਣ। ਪਰ ਨਾਮ ਜਿਹੜਾ ਜੇ ਨਾਮ ਜਪਣਗੇ ਪਰਮੇਸ਼ਰ ਦਾ, ਨਿਰਗੁਣ ਸਰੂਪ ਦਾ, ਤੋ ਅਕਾਲ ਪੁਰਖ ਪਰਮੇਸ਼ਰ ਪ੍ਰਭੂ ਦਾ ਜੇ ਨਾਮ ਜਪਣਗੇ ਤੇ ਸਾਰੇ ਹੀ ਸਮੁੰਦਰ ਪਾਰ ਕਰ ਜਾਣਗੇ। ਵੀ ਸਾਡੇ ਨਾਲ ਤਾਂ ਉਹ ਜਪਣਗੇ ਜਿੱਥੋਂ ਤੱਕ ਸਾਡਾ ਪ੍ਰਤਾਪ ਹੋਊਗਾ, ਉਹ ਹੀ ਲੰਘਣਗੇ ਨਾ ਸਮੁੰਦਰ। ਤੇ ਪਰ ਜੇ ਅਸੀਂ ਪਰਮੇਸ਼ਰ ਦੇ ਨਾਮ ਨਾਲ ਜੋੜ ਦਈਏ ਸਾਰਿਆਂ ਨੂੰ, ਤੇ ਫਿਰ ਸਾਰੇ ਹੀ ਸਮੁੰਦਰ ਤੋਂ ਪਾਰ ਹੋ ਜਾਣਗੇ। ਨਾਮ ਮਹਾਤਮ ਕੀਨ ਮਹਾਨ। ਤੋ ਹੇ ਭਾਈ ਡੱਲਾ, ਭਾਈ ਭਗੀਰਥ ਜੀ, ਜਾਣੋ ਫਿਰ ਰਾਮਚੰਦਰ ਨੇ ਵੀ ਉੱਥੇ ਆਪ ਦਾ ਆਪ ਨਹੀਂ ਜਣਾਇਆ, ਆਪਦੇ ਨਾਲੋਂ ਨਾਮ ਨੂੰ ਵੱਡਾ ਦੱਸਿਆ ਸੀ। ਉਸ ਰਮੇ ਹੋਏ ਰਾਮ ਦੇ ਨਾਮ ਨੂੰ ਵੱਡਾ ਜਨਵਣਾ ਕੀਤਾ ਸੀ। ਸਰਵਰ ਪਰ ਗਿਰਵਰ ਧਰ ਭਾਰੇ। ਉਸ ਸਮੇਂ ਫਿਰ ਉਸ ਸਮੁੰਦਰ ਦੇ ਉੱਪਰ ਬੜੇ ਭਾਰੀ ਵੱਡੇ ਪੱਥਰ ਰੱਖ ਰੱਖ ਕੇ ਤਰਵਰ ਕੇ ਪਾਤਣ ਸਮਤਾਰੇ। ਉਹ ਕੀ ਕੀਤਾ? ਪਰਮੇਸ਼ਰ ਦਾ ਰਾਮ, ਅਕਾਲ ਪੁਰਖ ਰਮੇ ਹੋਏ ਦਾ ਨਾਮ ਲਿਖ ਕੇ ਤੇ ਉਹ ਪੱਥਰ ਜਿੰਨੇ ਸੀ ਸਾਰੇ
ਰੁੱਖ ਦੇ ਪੱਤਿਆਂ ਵਾਂਗੂ ਸਮੁੰਦਰ ਤੇ ਤਾਰ ਦਿੱਤੇ ਸਨ। ਲਿਖਿਓ ਨਾਮ ਤਿਨ ਪਰਸੋ ਜਨਾਇਓ। ਉਹ ਜਣਾ ਦਿੱਤਾ ਸੀ ਰਾਮਚੰਦਰ ਨੇ ਵੀ ਸਾਡੇ ਨਾਲੋਂ ਵੀ ਜੇ ਵੱਧ ਬਲ ਵਾਲਾ ਹੈ ਤੇ ਪਰਮੇਸ਼ਰ ਦਾ ਨਾਮ ਹੈ। ਪਰਮੇਸ਼ਰ ਦੇ ਨਾਮ ਵਿੱਚ ਸਾਡੇ ਤੋਂ ਵੀ ਵੱਧ ਸਮਰੱਥਾ ਸ਼ਕਤੀ ਬਲ ਹੈ। ਸਰਗੁਣ ਤੇ ਵੱਡ ਨਾਮ ਸੁਹਾਇਓ। ਤੇ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਸਰਗੁਣ ਸਰੂਪ ਅਵਤਾਰ ਆਖਿਆ ਜਾਂਦਾ ਹੈ ਨਾ ਰਾਮਚੰਦਰ ਨੂੰ। ਤੇ ਫਿਰ ਦੱਸੋ ਵੀ ਰਾਮਚੰਦਰ ਨੇ ਵੀ ਰਾਮ ਪਰਮੇਸ਼ਰ ਦਾ ਨਾਮ ਲਿਖਾਇਆ ਪੱਥਰਾਂ ਤੇ। ਉਸ ਪਰਮੇਸ਼ਰ ਦਾ ਨਾਮ ਲਿਖਾਇਆ, ਫਿਰ ਦੱਸੋ ਕੌਣ ਵੱਡਾ ਹੋਇਆ? ਕਹਿੰਦੇ ਮਹਾਰਾਜ ਫਿਰ ਸਰਗੁਣ ਸਰੂਪ ਤੋਂ ਤਾਂ ਨਾਮ ਹੀ ਵੱਡਾ ਹੋਇਆ ਨਾ, ਵੀ ਰਾਮਚੰਦਰ ਉਸ ਪਰਮੇਸ਼ਰ ਦਾ ਸਤੋ ਅੰਸ਼ ਜਾਂ ਪਰਮੇਸ਼ਰ ਦਾ 14 ਕਲਾ ਸਮਰੱਥ ਜਿਹੜਾ ਅਵਤਾਰ ਹੋਏ ਆ, ਅਵਤਾਰੀ ਪੁਰਸ਼ ਸਨ। ਤੇ ਰਾਮਚੰਦਰ ਹੁੰਦਿਆਂ ਹੋਇਆਂ ਵੀ ਉਹ ਨਾਮ ਨੂੰ ਜਣਾਉਂਦੇ ਪਏ ਆ, ਨਾਮ ਫਿਰ ਵੱਡਾ ਹੋਇਆ। ਤੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਹਾਂ ਭਾਈ ਇਹ ਜਾਣ ਲਓ ਵੀ ਸਰਗੁਣ ਤੋਂ ਵੀ ਵੱਡਾ ਨਾਮ ਹੈ ਰਾਮਚੰਦਰ ਤੋਂ। ਰਾਮ ਦਾ ਨਾਮ ਵੱਡਾ ਪਰਮੇਸ਼ਰ ਦਾ। ਨਿਰਗੁਣ ਸਰਬ ਸਰੀਰਣ ਮਾਹੀ। ਇਹ ਤਾਂ ਮਹਾਰਾਜ ਨੇ ਨਿਰਣਾ ਕਰ ਦਿੱਤਾ ਸਰਗੁਣ ਤੋਂ ਵੱਡਾ ਨਾਮ ਹੈ। ਫਿਰ ਪਾਤਸ਼ਾਹ ਕਹਿੰਦੇ ਜਿਹੜਾ ਨਿਰਗੁਣ ਸਰੂਪ ਹੈ ਨਾ, ਉਹ ਤਾਂ ਸਿੱਧੀ ਗੱਲ ਹੈ, ਪਾਤਸ਼ਾਹ ਕਹਿੰਦੇ ਤਾਂ ਸਾਰਿਆਂ ਸਰੀਰਾਂ 'ਚ ਹੀ ਵਿਆਪਕ ਹੈ ਨਾ ਭਾਈ। ਆਤਮਾ ਰੂਪ ਹੋ ਕਰਕੇ, ਚੇਤਨ ਸੱਤਾ ਹੋ ਕਰਕੇ ਉਹ ਪਰਮੇਸ਼ਰ ਨਿਰਗੁਣ ਸਾਰਿਆਂ ਸਰੂਪਾਂ ਵਿੱਚ ਹੀ ਬੈਠਾ ਹੈ। ਸਤ ਚੇਤਨ ਆਨੰਦ ਬਿਨ ਨਾਹੀ। ਕੋਈ ਥਾਂ ਵੀ ਸੰਸਾਰ ਤੇ ਸਤ ਚੇਤਨ ਆਨੰਦ ਪਰਮੇਸ਼ਰ ਤੋਂ ਬਿਨਾਂ ਨਹੀਂ ਹੈ। ਮਨੁੱਖ ਵਿੱਚ ਆਤਮਾ ਰੂਪ ਹੋ ਕਰਕੇ, ਰੁੱਖਾਂ ਵਿੱਚ ਹਰਿਆਲੀ ਹੋ ਕਰਕੇ, ਫੁੱਲਾਂ ਵਿੱਚ ਸੁਗੰਧ ਹੋ ਕਰਕੇ, ਤੋ ਹਵਾ ਵਿੱਚ ਵੇਗ ਹੋ ਕਰਕੇ, ਅੱਗ ਵਿੱਚ ਤਪਸ਼ ਹੋ ਕਰਕੇ ਸਭ ਥਾਂ ਤੇ ਪਰਮੇਸ਼ਰ ਵਰਤ ਰਿਹਾ ਹੈ। ਅੰਤਰ ਬਹਿਰ ਨਿਰੰਤਰ ਵਿਆਪਿਓ। ਉਹ ਤਾਂ ਦਿਨ ਰਾਤ ਵਿਆਪਕ ਹੋ ਰਿਹਾ ਹੈ, ਅੰਦਰ ਵੀ ਜੀਵਾਂ ਦੇ ਤੇ ਬਾਹਰ ਸੰਸਾਰ ਦੇ ਵਿੱਚ ਵੀ। ਜਾਹੇ ਨਰਕ ਜੇ ਨਾਮ ਨ ਜਾਪਿਓ। ਤੋ ਮਹਾਰਾਜ ਕਹਿੰਦੇ ਜੇ ਉਹ ਨਰਕ ਨੂੰ ਜਾਂਦੇ ਆ ਜਿਹੜੇ ਇਹੋ ਜਿਹੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਵੀ ਉਹਨਾਂ ਦੇ ਜੀਵਾਂ ਦੇ ਵਿੱਚ ਵੀ ਪਰਮੇਸ਼ਰ ਹੈ, ਤੋ ਬਾਹਰ ਤੋਂ ਹੈ ਹੀ। ਪਰ ਵੇਖ ਲਓ ਫਿਰ ਵੀ ਜੀਵ ਜੇ ਪਰਮੇਸ਼ਰ ਦਾ ਨਾਮ ਨਾ ਜਪੇ ਤੇ ਨਰਕਾਂ ਨੂੰ ਜਾਂਦੇ ਸਿੱਧੇ ਹਨ। ਜਿਨ ਸਤ ਨਾਮ ਜਪਿਓ ਕਰ ਪ੍ਰੇਮ। ਤੇ ਜਿਨ੍ਹਾਂ ਨੇ ਉਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਜਿਹੜਾ ਨਿਰਗੁਣ ਤੇ ਸਰਗੁਣ ਤੋਂ ਵੱਡਾ ਪਰਮੇਸ਼ਰ ਉਸੇ ਦਾ ਸਿਮਰਨ ਹੈ, ਨਾਮ ਹੈ, ਜਿਨ੍ਹਾਂ ਪ੍ਰੇਮ ਕਰਕੇ ਜਪਿਆ ਹੈ। ਅੰਤఃਕਰਣ ਬਿਮਲ ਤਿਨ ਛੇਮ। ਉਹਨਾਂ ਦਾ ਅੰਤঃਕਰਨ ਮਨ ਬੁੱਧ ਚਿੱਤ ਇਹ ਬੇਰਹਿਤ ਹੋ ਗਿਆ, ਮੈਲ ਤੋਂ ਭਾਵ ਉਜਲ ਹੋ ਗਿਆ। ਮਨ ਬੁੱਧ ਚਿੱਤ ਉਹਨਾਂ ਦਾ ਉਜਲ ਹੋ ਗਿਆ। ਉਹਨਾਂ ਨੂੰ ਭਾਈ ਅੰਤਲੇ ਸਮੇਂ ਛੇਮ ਕਹੀਏ ਮੁਕਤੀ ਦੀ ਪ੍ਰਾਪਤੀ ਹੋਈ ਹੈ। ਸਿਮਰਤ ਪ੍ਰਾਪਤ ਆਤਮ ਗਿਆਨ। ਉਸ ਦਾ ਨਾਮ ਸਿਮਰਨ ਦੇ ਨਾਲ ਜਿਨ੍ਹਾਂ ਸਿਮਰਿਆ ਉਹਨਾਂ ਨੂੰ ਆਤਮ ਦਾ, ਸਵੈੰ ਦਾ, ਆਪੇ ਦਾ ਗਿਆਨ ਹੋਇਆ ਹੈ। ਜਨਮ ਮਰਨ ਕੋ ਬੰਧਨ ਹਾਨ। ਤੇ ਜੰਮਣ ਮਰਨ ਦੇ ਸਾਰੇ ਬੰਧਨ ਵੀ ਕੱਟੇ ਗਏ ਐ। ਜਾਂ ਤੇ ਨਿਰਗੁਣ ਤੇ ਸਤਨਾਮ। ਇਸ ਕਰਕੇ ਜਾਣੋ ਭਾਈ ਨਿਰਗੁਣ ਸਰੂਪ ਜਿਹੜਾ ਉਹਦੇ ਤੋਂ ਵੀ ਜਿਹੜਾ ਵਾਹਿਗੁਰੂ ਦਾ ਨਾਮ ਹੈ ਹੋਵੈ ਵਿਸ਼ੇਖ ਭਜ ਆਠੋ ਜਾਮ। ਵੱਡਾ ਹੈ। ਜਿਹੜਾ ਨਿਰਗੁਣ ਸਰੂਪ ਹੈ ਉਹਦੇ ਤੋਂ ਵੀ ਪਰਮੇਸ਼ਰ ਦਾ ਨਾਮ ਵੱਡਾ ਹੈ, ਸਰਗੁਣ ਸਰੂਪ ਤੋਂ ਵੀ ਵੱਡਾ ਹੈ। ਜੇ ਸਰਗੁਣ ਸਰੂਪ ਤੋਂ ਵੱਡਾ ਮਹਾਰਾਜ ਨੇ ਪ੍ਰਮਾਣ ਦੇ ਦਿੱਤਾ ਵੀ ਰਾਮਚੰਦਰ ਨੇ ਪੱਥਰ ਤਾਰੇ ਪਰਮੇਸ਼ਰ ਦਾ ਨਾਮ ਲਿਖ ਕੇ ਤਾਰੇ ਹੈ, ਕਿਉਂਕਿ ਜਾਣਦੇ ਸੀ ਵੀ ਨਾਮ ਸਾਥੋਂ ਵੀ ਵੱਡਾ ਹੈ। ਇਸ ਲਈ ਸਰਗੁਣ ਸਰੂਪ ਤੋਂ ਪਰਮੇਸ਼ਰ ਦਾ ਨਾਮ ਵੱਡਾ ਹੈ ਤੇ ਨਿਰਗੁਣ ਸਰੂਪ ਤੋਂ ਵੀ ਨਾਮ ਵੱਡਾ ਹੈ, ਕਿਉਂਕਿ ਜੀਵ ਦੇ ਵਿੱਚ ਪਰਮੇਸ਼ਰ ਬੈਠਾ ਹੈ। ਪਰ ਜੇ ਫਿਰ ਵੀ ਨਾਮ ਨਹੀਂ ਨਾ ਜਪਦੇ ਤੇ ਨਰਕਾਂ ਨੂੰ ਜਾਂਦੇ। ਹਾਲਾਂਕਿ ਜੀਵ ਦੇ ਵਿੱਚ ਪਰਮੇਸ਼ਰ ਹੈ ਪਰ ਤਾਂ ਵੀ ਨਰਕਾਂ ਨੂੰ ਜਾਂਦਾ ਜੇ ਨਾਮ ਨਹੀਂ ਜਪਦਾ। ਇਸ ਲਈ ਨਿਰਗੁਣ ਸਰੂਪ ਤੋਂ ਵੀ ਪਰਮੇਸ਼ਰ ਦਾ ਨਾਮ ਵੱਡਾ ਹੈ। ਭਾਈ ਭਜ ਆਠੋ ਜਾਮ, ਉਸ ਨੂੰ ਅੱਠੇ ਪੈਰ ਧਿਆਉਣਾ ਚਾਹੀਦਾ ਹੈ। ਸੁਣ ਸਿੱਖਣ ਗੁਰ ਸੰਗ ਬਖਾਨਾ। ਤੋ ਇਹਨਾਂ ਨੇ ਸੁਣ ਕੇ ਪਾਤਸ਼ਾਹ ਗਰੀਬ ਨਵਾਜ ਤੋਂ ਉਪਦੇਸ਼ ਫਿਰ ਇੱਕ ਬੇਨਤੀ ਕੀਤੀ ਹੈ। ਸਾਗਰ ਫਾਂਦ ਗਇਓ ਹਨੂਮਾਨਾ। ਕਹਿੰਦੇ ਮਹਾਰਾਜ ਜਿਵੇਂ ਪੁਰਾਤਨ ਕਥਾ ਹੈ ਰਾਮਾਇਣ ਵਿੱਚ ਵੀ ਜਿਹੜਾ ਹਨੂਮਾਨ ਹੋਇਆ ਉਹ ਜਿਹੜਾ ਸਮੁੰਦਰ ਨੂੰ ਫਾਂਦ ਕਈ ਲੰਘ ਕਰਕੇ ਚਲਾ ਗਿਆ ਸੀ, ਵੀ ਉਹ ਤਾਂ ਰਾਮਚੰਦਰ ਦੇ ਨਾਲ ਨਹੀਂ ਨਾ ਗਿਆ। ਇੱਥੇ ਇਹਨਾਂ ਨੇ ਸ਼ੰਕਾ ਕੀਤਾ ਵੀ ਉਹ ਤਾਂ ਰਾਮਚੰਦਰ ਦੇ ਨਾ ਤਾਂ ਪੱਥਰਾਂ ਵਾਲੇ ਪੁਲ ਤੇ ਚੜ੍ਹ ਕੇ ਗਿਆ, ਉਹ ਤਾਂ ਸਿੱਧਾ ਆਪ ਹੀ ਜਿਹੜਾ ਹੈ ਉਹ ਇਹ ਸਮੁੰਦਰ ਨੂੰ ਪਾਰ ਕਰ ਗਿਆ ਸੀ ਇਕੱਲਾ ਹੀ। ਨਾਮ ਅਲੰਬ ਅਪਰ ਨੇ ਲੀਨ। ਤੇ ਹੋਰ ਜਿੰਨੇ ਸਨ ਰਾਮਚੰਦਰ ਦੇ ਨਾਲ ਉਹਨਾਂ ਨੇ ਨਾਮ ਦਾ ਆਸਰਾ ਲਿਆ, ਪਰ ਹਨੂਮਾਨ ਨੇ ਤਾਂ ਕੋਈ ਨਾਮ ਦਾ ਆਸਰਾ ਨਹੀਂ ਲਿਆ ਸੀ। ਪੁਲ ਪਰ ਕਪਦਲ ਉਲੰਘਨ ਕੀਨ। ਤੇ ਪੁਲ ਦੇ ਜਿਹੜਾ ਬਣਾਇਆ ਸੀ ਰਾਮ ਦੇ ਨਾਮ ਦੇ ਨਾਲ ਪੁਲ,
ਉਸ ਰਾਮ ਸਵੇਤੂ ਪੁਲ ਦੇ ਉੱਪਰੋਂ ਤਾਂ ਬਾਂਦਰਾਂ ਦੀ ਸਾਰੀ ਸੈਨਾ ਲੰਘੀ ਸੀ, ਪਰ ਹਨੂਮਾਨ ਨਹੀਂ ਲੰਘੇ ਸਨ। ਸੋ ਨਿਜ ਬਲ ਤੇ ਕੂਦ ਗਇਓ ਹੈ। ਉਹ ਤਾਂ ਆਪਦੇ ਬਲ ਤੋਂ ਹੀ ਕੁੱਦ ਕਰਕੇ ਸਮੁੰਦਰ ਪਾਰ ਕਰ ਗਏ ਸਨ। ਸੁਧ ਦੇ RAM ਪ੍ਰਸੰਨ ਕਯੋ ਤੇ ਹੈ। ਉਹ ਸੀਤਾ ਦੀ ਖਬਰ ਲਿਆ ਕਰਕੇ ਰਾਮਚੰਦਰ ਨੂੰ ਖੁਸ਼ ਕਰ ਦਿੱਤਾ ਸੀ। ਸ਼੍ਰੀ ਅਰਜਨ ਪੁਨ ਸੁਨਤ ਬਖਾਨਾ। ਵੀ ਇਹਨਾਂ ਸ਼ੰਕਾ ਕੀਤਾ ਵੀ ਮਹਾਰਾਜ ਜੀ ਰਾਮ ਦੇ ਨਾਮ ਤੋਂ ਤਾਂ ਚਲੋ ਸਾਰਾ ਸੰਸਾਰ ਤਰਦਾ, ਫਿਰ ਉਹ ਤਾਂ ਤਰ ਗਏ ਰਾਮ ਦੇ ਨਾਮ ਤੋਂ, ਤੇ ਹਨੂਮਾਨ ਕਿਵੇਂ ਲੰਘ ਗਿਆ ਰਾਮ ਦੇ ਨਾਮ ਤੋਂ ਬਿਨਾਂ। ਫਿਰ ਇੱਥੇ ਇਹਨਾਂ ਨੇ ਸ਼ੰਕਾ ਕੀਤਾ ਵੀ ਉਸ ਪੁਲ ਤੇ ਤਾਂ ਨਹੀਂ ਗਿਆ, ਉਹ ਆਪਦੇ ਬਲ ਨਾਲ ਗਿਆ। ਤੋ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਸੁਣ ਕੇ ਹੱਸ ਪਏ ਤੇ ਇਹ ਉੱਤਰ ਦੇਣ ਲੱਗੇ ਐ। ਸਿਮਰਤ RAM ਨਾਮ ਹਨੂਮਾਨਾ। ਮਹਾਰਾਜ ਕਹਿੰਦੇ ਰਾਮ ਪਰਮੇਸ਼ਰ ਜਿਹੜਾ ਹੈ ਉਹਦੇ ਨਾਮ ਕਰਕੇ ਜਿਹੜਾ ਪੁਲ ਲੰਘੇ ਸੀ, ਰਾਮ ਦਾ ਨਾਮ ਦਾ ਆਸਰਾ ਲੈ ਕੇ, ਉਹ ਤਾਂ ਲੰਘ ਗਏ। ਜੇ ਤੁਸੀਂ ਕਹਿੰਦੇ ਹਨੂਮਾਨ ਨੇ ਨਹੀਂ ਲਿਆ ਆਸਰਾ, ਕਿਉਂ ਨਹੀਂ ਲਿਆ ਭਾਈ? ਜੇ ਹਨੂਮਾਨ ਸਿੱਧਾ ਲੰਘ ਕੇ ਗਿਆ ਇਸ ਸਰੋਵਰ ਆਪਣਾ ਸਾਗਰ ਨੂੰ, ਸਮੁੰਦਰ ਨੂੰ, ਪਰ ਜਾਣਨਾ ਚਾਹੀਦਾ ਵੀ ਹਨੂਮਾਨ ਦੇ ਹਿਰਦੇ ਵਿੱਚ ਕੀ ਸੀ। ਉਹਦੇ ਵਿੱਚ ਵੀ ਪਰਮੇਸ਼ਰ ਦਾ ਨਾਮ ਸੀ, ਰਾਮ ਦਾ ਨਾਮ ਹਨੂਮਾਨ ਦੇ ਹਿਰਦੇ ਵਿੱਚ ਵਸਿਆ ਸੀ। ਬਹਰ ਮੁਦਰਕਾ ਲਈ ਪਿਆਨਾ। ਤਾਂ ਹੀ ਨਾ ਜਦੋਂ ਸੀਤਾ ਦੇ ਪਾਸ ਪਹੁੰਚਿਆ ਹਨੂਮਾਨ, ਤੇ ਉਹਦੇ ਤੋਂ ਜਿਹੜੀ ਮੁੰਦਰੀ ਲਈ ਸੀ ਉਹਦੇ ਉੱਪਰ ਵੀ ਰਾਮ ਪਰਮੇਸ਼ਰ ਦਾ ਨਾਮ ਲਿਖਿਆ ਸੀ। ਤਿਸ ਪਰ RAM ਨਾਮ ਸਭ ਜਾਨਾ। ਇਸ ਕਰਕੇ ਜਾਣਨਾ ਚਾਹੀਦਾ, ਸਾਰੇ ਜਾਣਦੇ ਆ ਵੀ ਉਸ ਮੁੰਦਰਕਾ ਦੇ ਉੱਪਰ ਵੀ ਰਾਮ ਦਾ ਨਾਮ ਲਿਖਿਆ ਸੀ, ਹਨੂਮਾਨ ਦੇ ਹਿਰਦੇ ਵਿੱਚ ਵੀ ਰਾਮ ਪਰਮੇਸ਼ਰ ਦਾ ਨਾਮ ਵਸਿਆ ਸੀ। ਨਾਮ ਪ੍ਰਤਾਪ ਪਾਰ ਪਰ ਗਇਓ। ਇਸ ਲਈ ਸ਼ੰਕਾ ਨਹੀਂ ਕਰਨਾ ਚਾਹੀਦਾ ਵੀ ਉਹ ਆਪਦੇ ਬਲ ਨਾਲ ਸਮੁੰਦਰ ਪਾਰ ਕੀਤਾ। ਉਸਨੇ ਰਾਮ ਦੇ ਨਾਮ ਦੇ ਪ੍ਰਤਾਪ ਦੇ ਨਾਲ ਸਮੁੰਦਰ ਪਾਰ ਕੀਤਾ ਸੀ। ਕੁਛ ਵਿਖਾਦ ਤਨ ਹੋਤ ਨ ਪਇਓ। ਜਿਸ ਕਰਕੇ ਸਮੁੰਦਰ ਪਾਰ ਕਰਦਿਆਂ ਵੀ ਸਰੀਰ ਨੂੰ ਕੋਈ ਕਸ਼ਟ ਨਹੀਂ ਪਹੁੰਚਿਆ। ਜਾਂ ਤੇ ਨਾਮ ਮਹਾਤਮ ਭਾਰੋ। ਇਸ ਕਰਕੇ ਜਾਣਨਾ ਚਾਹੀਦਾ ਹੈ ਵੀ ਰਾਮ ਦਾ ਨਾਮ ਜਿਹੜਾ ਉਹਦਾ ਮਹਾਤਮ ਬਹੁਤ ਭਾਰਾ ਹੈ, ਬੜਾ ਵੱਡਾ ਹੈ। ਸਿਮਰ ਤਰਾ ਜਗ ਸਿੰਧ ਸੁਖਾਰੋ। ਜਿਵੇਂ ਹਨੂਮਾਨ ਰਾਮ ਨੂੰ ਸਿਮਰਦਾ ਸਮੁੰਦਰ ਲੰਘ ਗਿਆ, ਜਿਹੜੇ ਪਰਮੇਸ਼ਰ ਅਕਾਲ ਪੁਰਖ ਰਮੇ ਹੋਏ ਪ੍ਰਭੂ ਦਾ ਸਿਮਰਨ ਕਰਦੇ ਆ, ਉਹ ਸੰਸਾਰ ਰੂਪੀ ਸਮੁੰਦਰ ਨੂੰ ਸੌਖਾ ਲੰਘ ਜਾਂਦੇ ਆ ਬਲ ਧਾਰ ਕਰਕੇ। ਤਿਮ ਜਾਨਹ ਜੋ ਹੈ ਬ੍ਰਹਮ ਗਿਆਨੀ। ਤੇ ਜਾਨੋ ਵੀ ਜਿਹੜੇ ਕੋਈ ਬ੍ਰਹਮ ਨੂੰ ਜਾਣਨ ਵਾਲੇ ਗਿਆਤੇ ਹਨ। ਜਗ ਸਾਗਰ ਉਲੰਘ ਹੈ ਬਲ ਠਾਨੀ। ਉਹ ਬਲ ਧਾਰ ਕੇ ਪਰਮੇਸ਼ਰ ਦੇ ਨਾਮ ਨੂੰ ਜਪਦਿਆਂ ਹੋਇਆਂ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਆ। ਬਿਰਲੇ ਨਰ ਹੋਵਤ ਹੈ ਐਸੇ। ਇਹ ਭਾਈ ਸੰਸਾਰ ਵਿੱਚ ਵਿਰਲੇ ਨਰ ਹੁੰਦੇ ਆ, ਵੀ ਬ੍ਰਹਮ ਗਿਆਨੀ ਵੀ ਘਰ ਘਰ ਨਹੀਂ। ਸੰਸਾਰ ਵਿੱਚ ਸੰਤ ਪਰਮੇਸ਼ਰ ਦੇ ਪਿਆਰੇ ਬ੍ਰਹਮ ਗਿਆਨੀ ਬਹੁਤ ਵਿਰਲੇ ਹਨ। ਹਨੂਮਾਨ ਕਪ ਦਲ ਮਹਿ ਜੈਸੇ। ਕਿਵੇਂ? ਜਿਵੇਂ ਬਾਂਦਰਾਂ ਦੀ ਸਾਰੀ ਫੌਜ ਵਿੱਚ ਕੱਲਾ ਹਨੂਮਾਨ ਹੈ ਸੀ। ਨਾਮ ਸੇਤ ਪਰ ਨਿਰਬਲ ਪਲੀ। ਤੇ ਨਾਮ ਦਾ ਜਿਹੜਾ ਨਾਮ ਰੂਪੀ ਪੁਲ ਹੈ ਨਾ, ਉਹਦੇ ਉੱਪਰ ਸਾਰੇ ਲੰਘ ਜਾਂਦੇ ਆ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਜਿਨ੍ਹਾਂ ਦੇ ਵਿੱਚ ਕੋਈ ਬਲ ਨਹੀਂ, ਨਾਮ ਦੇ ਪੁਲ ਤੋਂ, ਸੰਸਾਰ ਸਮੁੰਦਰ ਤੋਂ ਉਹ ਵੀ ਪਾਰ ਹੋ ਜਾਂਦੇ ਆ। ਰੁਜੀ ਲੰਗਰੇ ਸਭ ਵਿਦ ਭਲੀ। ਰੋਗੀ, ਜਿਨ੍ਹਾਂ ਨੂੰ ਵਿਸ਼ਿਆਂ ਦੇ ਰੋਗ ਲੱਗੇ ਹੋਏ, ਵਿਸ਼ਿਆਂ ਦੇ ਰੋਗਾਂ ਕਰਕੇ ਜਿਹੜੇ ਰੋਗੀ ਹਨ, ਤੇ ਲੰਗੜੇ ਖਾਲਸਾ ਜੀ ਜਿਹੜੇ ਸਾਧਨਾ ਤੇ ਜਪ ਤਪ ਰੂਪੀ ਸਾਧਨਾ ਤੋਂ ਲੰਗੜੇ ਹੋ ਰਹੇ ਆ, ਉਹ ਵੀ ਇਸ ਨਾਮ ਦੇ ਪੁਲ ਤੋਂ ਲੰਘ ਸਕਦੇ ਆ। ਸਨੇ ਸਨੇ ਪਰ ਪਾਰ ਸੁਖਾਰੇ। ਤੇ ਹੌਲੀ ਹੌਲੀ ਧੀਰੇ ਧੀਰੇ ਸੌਖੇ ਹੀ ਸਾਰੇ, ਚਾਹੇ ਰੋਗੀ ਆ ਵਿਸ਼ਿਆਂ ਰੂਪ, ਤੇ ਚਾਹੇ ਜਿਹੜੇ ਆ ਕੋਈ ਸਾਧਨਾ ਤੋਂ ਹੀਣੇ ਲੰਗੜੇ ਹਨ, ਉਹ ਵੀ ਇਸ ਪੁਲ ਤੋਂ, ਵਾਹਿਗੁਰੂ ਦੇ ਨਾਮ ਰੂਪੀ ਪੁਲ ਤੇ ਚੜ੍ਹ ਕੇ ਸੰਸਾਰ ਸਮੁੰਦਰ ਤੋਂ ਸੌਖੇ ਤਰ ਜਾਂਦੇ ਆ। ਬਿਨਾ ਜਤਨ ਆਨੰਦ ਉਰ ਧਾਰੇ। ਤੇ ਬਿਨਾ ਯਤਨ ਤੋਂ ਹੀ ਹਿਰਦੇ ਵਿੱਚ ਆਨੰਦ ਪ੍ਰਾਪਤ ਹੋ ਜਾਂਦਾ ਹੈ। ਨਿਰਾਸ ਵਿਸ਼ੈ ਸਭ ਤੇ ਮਨ ਹੋਏ। ਤੇ ਜਿਹੜਾ ਮਨ ਹੈ ਨਾ, ਉਹ ਸਾਰੇ ਵਿਸ਼ਿਆਂ ਤੋਂ ਨਿਰਾਸ਼ ਹੋ ਜਾਂਦਾ ਹੈ। ਇਹ ਨਾਮ ਦੀ ਤਾਕਤ, ਪ੍ਰਤਾਪ ਅਰ ਬਰਕਤ ਹੈ। ਬ੍ਰਹਮ ਗਿਆਨ ਅਭਿਆਸੀ ਕੋਏ। ਪਰ ਮਹਾਰਾਜ ਕਹਿੰਦੇ ਬ੍ਰਹਮ ਤੇ ਗਿਆਨ ਜਾਂ ਬ੍ਰਹਮ ਦੇ ਗਿਆਨ ਲੈਣ ਵਾਸਤੇ ਕੋਈ ਵਿਰਲਾ ਅਭਿਆਸੀ ਹੁੰਦਾ ਸੰਸਾਰ ਵਿੱਚ। ਨਾਨਕ ਕੋਟਨ ਮੈਂ ਕਹੂੰ ਨਾਰਾਇਣ ਜਿਹ ਚੀਤ। ਤੋ ਹੈਨ ਵਿਰਲੇ ਨਾਹੀ ਕਣੇ ਫੈਲ ਫਕੜ। ਸੰਸਾਰ ਜਗ ਮੈਂ ਹੁਤਮ ਕਾਂਢੀਆ ਵਿਰਲੇ ਕੇਈ ਕੇ। ਜਾਂ ਤੇ ਲਖਾ ਭਗਤ ਪ੍ਰਭ ਸ਼ਰਣੀ। ਇਸ ਕਰਕੇ ਭਾਈ ਜਾਣਨਾ ਚਾਹੀਦਾ ਹੈ
ਜਿਹੜੀ ਪਰਮੇਸ਼ਰ ਅਕਾਲ ਪੁਰਖ ਦੀ ਭਗਤੀ ਹੈ। ਸਿਮਰਹਿ ਨਾਮ ਸੁਗਮ ਸੁਖ ਕਰਨੀ। ਜਾਂ ਜਿਹੜੇ ਭਗਤ ਹੁੰਦੇ ਨਾ ਪਰਮੇਸ਼ਰ ਦੇ, ਉਹ ਸਦਾ ਪ੍ਰਭੂ ਦੀ ਸ਼ਰਨ ਵਿੱਚ ਰਹਿੰਦੇ ਆ, ਨਾਮ ਜਪਣ ਵਾਲੇ ਹੁੰਦੇ ਆ। ਤੋ ਸਿਮਰਹਿ ਨਾਮ ਸੁਗਮ ਸੁਖ ਕਰਨੀ, ਜਿਹੜਾ ਨਾਮ ਹੈ ਸੁੱਖਾਂ ਦੇ ਕਰਨੀ ਪੈਦਾ ਕਰਨ ਵਾਲਾ ਹੈ। ਉਹ ਸੁਗਮ ਕਹੀਏ ਸਾਰਿਆਂ ਤੋਂ ਸੌਖਾ ਹੈ ਜਪ ਤਪ ਕਰਨ ਤੋਂ। ਉਸੇ ਨਾਮ ਦਾ ਆਸਰਾ ਭਗਤ ਤੱਕਦੇ ਹਨ। ਪਾਪੀ ਪੁੰਨੀ ਮੂੜ ਸੁਜਾਨ। ਚਾਹੇ ਕੋਈ ਪਾਪੀ ਹੈ, ਚਾਹੇ ਕੋਈ ਪੁੰਨ ਕਰਨ ਵਾਲਾ ਹੈ, ਚਾਹੇ ਕਿ ਮੂਰਖ ਹੈ, ਤੋ ਮਹਾਰਾਜ ਕਹਿੰਦੇ ਚਾਹੇ ਭਾਈ ਕੋਈ ਬੜਾ ਚਤੁਰ ਤੇਜ ਤਰਾਰ ਸਿਆਣਾ ਹੋਵੇ, ਪਾਰ ਪ੍ਰਹਿ ਕਰ ਭਗਤ ਮਹਾਨ। ਉਹ ਪਰਮੇਸ਼ਰ ਅਕਾਲ ਪੁਰਖ ਦੀ ਜਿਹੜਾ ਵੀ ਭਗਤ ਕਰਦਾ ਹੈ, ਨਾਮ ਜਪਦਾ ਹੈ, ਚਾਹੇ ਉਹ ਮੂਰਖ ਹੈ, ਚਾਹੇ ਉਹ ਸਿਆਣਾ ਹੈ, ਚਾਹੇ ਉਹ ਜਿਹੜਾ ਹੈ ਪਾਪੀ ਤੇ ਚਾਹੇ ਪੁੰਨੀ ਹੈ, ਉਹ ਸੰਸਾਰ ਸਮੁੰਦਰ ਤੋਂ ਜ਼ਰੂਰ ਪਾਰ ਹੋ ਜਾਂਦਾ ਹੈ। ਜਿਹੜਾ ਨਾਮ ਜਪਦਾ ਹੈ, ਪਾਪ ਪੁੰਨ ਦਾ ਉੱਥੇ ਕੋਈ ਬੰਧਨ ਨਹੀਂ ਪੈਂਦਾ ਹੈ। ਜਾਂ ਤੇ ਤੁਮ ਸਿਮਰਹੁ ਸਤਨਾਮ। ਇਸ ਕਰਕੇ ਭਾਈ ਸਾਡਾ ਇਹੀ ਉਪਦੇਸ਼ ਸਿੱਖਿਆ ਕਿ ਜਿਹੜੇ ਨਾਮ ਕਰਕੇ ਪਾਪੀ ਵੀ ਤਰ ਗਏ ਹੈ, ਜਿਸ ਨਾਮ ਕਰਕੇ ਮੂਰਖ ਵੀ ਤਰਦੇ ਹੈ, ਸਿਆਣਾ ਕੀ ਮੂਰਖ ਕੀ ਪਾਪੀ ਪੁੰਨੀ ਦਾ ਕੋਈ ਬੰਧਨ ਨਹੀਂ। ਬਸ ਨਾਮ ਜਪਦਾ ਜਿਹੜਾ ਗਣਕਾ ਵਰਗੀਆਂ ਉਧਰੀਆਂ, ਨਾਮ ਜਪ ਕਰਕੇ ਅਜਾਮਲ ਪਾਪੀ ਜਗ ਜਾਨੈ ਨਿਮਖ ਮਾਹਿ ਨਿਸਤਾਰਾ। ਇਹੋ ਜਿਹੇ ਵੱਡੇ ਵੱਡੇ ਪਾਪੀ ਜਿਸ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਤਰੇ ਹੈ, ਉਹ ਨਾਮ ਅਠੇ ਪਹਿਰ ਸਿਮਰਨਾ ਚਾਹੀਏ। ਰਹੀ ਹੈ ਸਤ ਸੰਗਤ ਕੀ ਸ਼ਾਮ। ਤੇ ਗੁਰਮੁਖੋ ਸਦਾ ਸੰਗਤ ਦੀ ਸ਼ਾਮ ਕਹੀਏ ਆਸਰੇ ਵਿੱਚ, ਸੰਗਤ ਦੇ ਸ਼ਰਨ ਵਿੱਚ ਆਸਰੇ ਵਿੱਚ ਰਹਿਣਾ ਚਾਹੀਦਾ ਹੈ। ਸੁਣ ਸਿੱਖਣ ਉਪਦੇਸ਼ ਕਮਾਇਓ। ਤੋ ਸੁਣ ਕੇ ਨਾ ਸਿੱਖਾਂ ਨੇ ਹਜ਼ੂਰ ਦਾ ਸਿੱਖਿਆ ਉਪਦੇਸ਼ ਕਮਾਉਣਾ ਕੀਤਾ। ਗੁਰ ਕੀ ਸ਼ਰਨ ਰਹੇ ਸੁਖ ਪਾਇਓ। ਤੇ ਮਹਾਰਾਜ ਦੀ ਸ਼ਰਨ ਵਿੱਚ ਰਹਿੰਦੇ ਆ, ਬੜਾ ਲੰਮਾ ਸਮਾਂ ਇੱਥੇ ਲੰਗਰਾਂ ਤੋਂ ਆਦ ਹੋਰ ਬੜੀਆਂ ਸੇਵਾਵਾਂ ਕਰ ਰਹੇ ਹਨ। ਕਥਾ ਕੀਰਤਨ ਇੱਕ ਚਿੱਤ ਸੁਣੈ। ਤੇ ਸਦਾ ਹਰਮੰਦਰ ਸਾਹਿਬ ਬਹਿ ਕੇ ਇੱਕ ਚਿੱਤ ਹੋ ਕਰਕੇ ਕਥਾ ਕੀਰਤਨ ਇਹ ਚਾਰੇ ਸੁਣਦੇ ਆ। ਹੋਏ ਇਕੰਤ ਤਬ ਹਰ ਹਰ ਭਨੈ। ਤੇ ਜਦੋਂ ਕਿਤੇ ਇਕੱਲੇ ਹੁੰਦੇ ਆ, ਉਦੋਂ ਗੱਲਾਂ ਕਰਨ ਨਾਲੋਂ ਚੰਗਾ ਸਮਝਦੇ ਆ ਹਰੀ ਹਰੀ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਿਆ ਜਾਵੇ। ਸ਼੍ਰੀ ਅਰਜਨ ਕੋ ਸੇਵਤ ਰਹੈ। ਤੇ ਸਦਾ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਦੀ ਸੇਵਾ ਵਿੱਚ ਤਤਪਰ ਰਹਿੰਦੇ ਆ। ਅੰਤ ਕਾਲ ਮਹਿ ਸੁਧ ਪਦ ਲਹੈ। ਜਿਨ੍ਹਾਂ ਨੇ ਐਸਾ ਕੀਤਾ, ਉਹ ਖਾਲਸਾ ਜੀ ਅੰਤਲੇ ਸਮੇਂ ਸੁਧ ਪਦਵੀ ਜਿਹੜੀ ਵੈ ਭਗਤਾਂ ਵਾਲੀ ਉਹ ਪ੍ਰਾਪਤ ਕੀਤੀ ਹੈ। ਸਤਿਗੁਰ ਸੇਵਾ ਸਭ ਸੁਖ ਦਾਨੀ। ਕਵੀ ਜੀ ਕਹਿੰਦੇ ਜਿਹੜੀ ਸੇਵਾ ਹੈ ਨਾ ਸਤਿਗੁਰਾਂ ਦੀ, ਉਹ ਸਾਰੇ ਸੁੱਖਾਂ ਦੇ ਦੇਣ ਵਾਲੀ ਹੈ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ। ਤੋ ਸੱਚੇ ਪਾਤਸ਼ਾਹ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੈ। ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਭੰਨੇ। ਤੋ ਪਰਮੇਸ਼ਰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਸੇਵਾ ਸਾਰੇ ਸੁੱਖਾਂ ਦੇ ਦੇਣ ਵਾਲੀ ਹੈ। ਵੱਡੇ ਭਾਗ ਜਿਨਤ ਨਹਾ ਕਮਾਨੀ। ਪਰ ਕਮਾਉਂਦਾ ਉਹ ਹੈ ਖਾਲਸਾ ਜੀ ਜਿਹਦੇ ਵੱਡੇ ਭਾਗ ਹੈ। ਤੋ ਬਿਨ ਕਰਮਾਂ ਕਿਛ ਪਾਈਐ ਨਾਹੀ। ਤੋ ਭਾਗਾਂ ਤੋਂ ਬਿਨਾਂ ਨਹੀਂ ਇਹ ਸੇਵਾ ਪ੍ਰਾਪਤ ਵੀ ਹੈ ਤਾਂ ਸੇਵਾ ਸੁੱਖ ਦੇਣ ਵਾਲੀ, ਪਰ ਮਿਲਦੀ ਕਰਮਾਂ ਦੇ ਨਾਲ ਹੈ। ਤੋ ਇਹ ਮਹਾਰਾਜ ਨੇ ਇਹਨਾਂ ਦਾ ਸ਼ੰਕਾ ਨਿਵਰਤ ਕੀਤਾ। ਤੋ ਗਰੀਬ ਨਵਾਜ ਮਹਾਰਾਜ ਦੇ ਹਿਰਦੇ ਇਹਨਾਂ ਨੇ ਹਿਰਦੇ ਵਿੱਚ ਮਹਾਰਾਜ ਦਾ ਜਿਹੜਾ ਸਰੂਪ ਵਸਾਇਆ, ਨਾਮ ਜਪਿਆ। ਤੋ ਨਾਮ ਜਪਦਿਆਂ 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 ਖਾਲਸਾ ਜੀ ਜਿਨ ਹਰ ਜਪਿਆ ਸੇ ਹਰ ਹੋਏ ਵਾਲੀ ਪਦਵੀ ਪ੍ਰਾਪਤ ਕੀਤੀ। ਤੋ ਇਹ ਮਹਾਰਾਜ ਨੂੰ ਸ਼ੰਕਾ ਇਹਨਾਂ ਕੀਤਾ ਕਿ ਪਾਤਸ਼ਾਹ ਜੀ ਵੀ ਸੰਸਾਰ ਦੇ ਵਿੱਚ ਮਹਾਰਾਜ ਨਿਰਗੁਣ ਸਰਗੁਣ ਸਰੂਪ ਜਿਵੇਂ ਕਹਿੰਦੇ ਆ, ਉਹਦੀ ਬਾਬ ਦੱਸੋ। ਜਦੋਂ ਮਹਾਰਾਜ ਨੇ ਨਿਰਣਾ ਕਰ ਦਿੱਤਾ ਵੀ ਰਾਮ ਨੇ ਵੀ ਸਰਗੁਣ ਸਰੂਪ ਸੀ ਤੇ ਪਰਮੇਸ਼ਰ ਦਾ ਨਾਮ ਵੱਡਾ ਜਨਾਇਆ, ਤੇ ਇਸ ਕਰਕੇ ਨਾਮ ਦਾ ਹੀ ਪੁਲ ਬੰਨਿਆ ਨਾ। ਕਹਿੰਦੇ ਮਹਾਰਾਜ ਜੇ ਨਾਮ ਦਾ ਪੁਲ ਬੰਨਿਆ, ਫਿਰ ਹਨੂਮਾਨ ਤਾਂ ਉਸ ਪੁਲ ਤੇ ਨਾ ਚੜ੍ਹ ਕੇ ਗਿਆ, ਫਿਰ ਹਨੂਮਾਨ 'ਚ ਵੀ ਬਲ ਸੀ। ਤਾਂ ਮਹਾਰਾਜ ਕਹਿੰਦੇ ਬਲ ਤਾਂ ਸੀ ਭਾਈ ਉਹਦੇ ਹਿਰਦੇ ਵਿੱਚ ਰਾਮ ਸੀ, ਪਰਮੇਸ਼ਰ ਸੀ। ਉਹ ਜਿਵੇਂ ਉਹ ਜਦੋਂ ਇਹ ਹਨੂਮਾਨ ਇਹ ਸੀਤਾ ਦੀ ਖਬਰ ਲੈ ਆਇਆ ਤੇ ਇਹ ਰਾਮ ਚੰਦਰ ਨੇ ਰਾਵਣ ਨੂੰ ਮਾਰਿਆ, ਉਸ ਤੋਂ ਬਾਅਦ ਇਹ ਅਯੋਧਿਆ ਪਹੁੰਚੇ ਨਾ ਜਦੋਂ, ਤੇ ਕਿਸੇ ਰਾਜੇ ਨੇ ਜਦੋਂ ਰਾਮ ਚੰਦਰ ਦੇ ਦਰਸ਼ਨਾਂ ਨੂੰ ਬਹੁਤ ਲੋਕ ਪਹੁੰਚੇ, 14 ਸਾਲ ਦਾ ਬਨਵਾਸ ਕੱਟ ਕੇ ਜੋ ਆਏ ਸਨ। ਤੋ ਇੱਕ ਰਾਜੇ ਨੇ ਬੜਾ ਬੇਸ਼ਕੀਮਤੀ ਹਾਰ ਦਿੱਤਾ ਸੀ, ਰਾਮ ਚੰਦਰ ਨੂੰ ਭੇਂਟ ਕੀਤਾ, ਤੇ ਰਾਮ ਚੰਦਰ ਨੇ ਉਹ ਸੀਤਾ ਨੂੰ ਫੜਾ ਦਿੱਤਾ ਵੀ ਚਲ ਵੀ ਤੇਰੇ ਪਹਿਨਣੇ ਯੋਗ ਹੈ।
ਤੇ ਸੀਤਾ ਦੇ ਮਨ ਵਿੱਚ ਇਹ ਆਇਆ ਵੀ ਹਨੂਮਾਨ ਦੀ ਚਲੋ ਬਹੁਤ ਕੁਰਬਾਨੀ ਹੈ, ਵੀ ਇਹਨੇ ਖਬਰ ਦਿੱਤੀ ਆ ਨਾ ਵੀ ਉਹ ਹਾਰ ਜਿਹੜਾ ਸੀ ਸੀਤਾ ਨੇ ਹਨੂਮਾਨ ਨੂੰ ਫੜਾ ਦਿੱਤਾ। ਤੇ ਹਨੂਮਾਨ ਜਿਹੜਾ ਉਹ ਹਾਰ ਵੇਖਦਾ ਰਿਹਾ, ਫਿਰ ਪਾਸੇ ਜੇ ਜਾ ਕੇ ਨਾ 2 ਪੱਥਰ ਲੈ ਕੇ ਇੱਕ ਥੱਲੇ ਰੱਖ ਲਿਆ। ਤੇ ਹਾਰ ਬਹੁਤ ਕੀਮਤੀ ਸੀ, ਭਾਵੇਂ ਉਹ ਮਾਰਿਆ ਕਰੇ ਪੱਥਰ ਤੇ ਵਿੱਚ ਮਣਕਾ ਰੱਖ ਕੇ ਮਣਕਾ ਤੋੜੇ ਤੇ ਉਹਨੂੰ ਵੇਖ ਲੇ ਚੰਗੀ ਤਰ੍ਹਾਂ, ਫਿਰ ਉਹ ਚਲਾ ਕੇ ਮਾਰੇ, ਇੱਕ ਇੱਕ ਕਰਕੇ ਸਾਰੇ ਮਣਕੇ ਹਾਰ ਦੇ ਤੋੜੀ ਜਾਵੇ। ਤੇ ਜਿਹੜਾ ਲੈ ਕੇ ਆਇਆ ਸੀ ਰਾਜਾ, ਉਹ ਕਹਿੰਦਾ ਰਾਮਚੰਦਰ ਵੀ ਆ ਵੇਖ ਲਾ, ਵੀ ਉਹ ਬਾਂਦਰਾਂ ਵਾਲੇ ਕੰਮ ਹੀ ਆ ਨਾ, ਵੀ ਐਡਾ ਬੇਸ਼ਕੀਮਤੀ ਹਾਰ ਦਿੱਤਾ ਮੈਂ, ਤੇ ਇਹ ਸੀਤਾ ਨੇ ਇਹਨੂੰ ਫੜਾ ਦਿੱਤਾ ਤੇ ਉਹ ਸਾਰਾ ਮੇਰਾ ਹਾਰ ਭੰਨੀ ਜਾਂਦਾ। ਫਿਰ ਰਾਮਚੰਦਰ ਨੇ ਪੁੱਛਿਆ ਸੀ ਵੀ ਹਨੂਮਾਨ ਇਹ ਕੀ ਕਰਦਾ ਤੂੰ, ਵੀ ਐਡਾ ਕੀਮਤੀ ਹਾਰ ਤੂੰ ਭੰਨੀ ਤੁਰਿਆ ਜਾਂਦਾ। ਕਹਿੰਦਾ ਵੀ ਮਹਾਰਾਜ ਮੈਂ ਇਹ ਵੇਖਦਾ ਵੀ ਇਹਦੇ ਵਿੱਚ ਪਰਮੇਸ਼ਰ ਦਾ ਰਾਮ ਦਾ ਨਾਮ ਹੈ, ਵੀ ਜੇ ਇਹਦੇ ਵਿੱਚ ਰਾਮ ਦਾ ਨਾਂ ਹੀ ਨਹੀਂ ਤੇ ਗਲ 'ਚ ਐਵੇਂ ਪੱਥਰ ਹੀ ਬੰਨਣੇ, ਫਿਰ ਇਹਦੀ ਕੀਮਤ ਕੀ ਹੈ। ਜਦੋਂ ਇਹ ਸੁਣਿਆ ਨਾ ਤੇ ਜਿਹੜੇ ਉੱਥੇ ਹੋਰ ਦੂਜੇ ਤੀਜੇ ਸੀਗੇ ਉਹ ਹੱਸ ਪਏ ਸਾਰੇ। ਉਹ ਕਹਿੰਦੇ ਲੈ ਵੱਡਾ ਭਗਤ ਬਣਦਾ ਵੀ ਐਂ ਤਾਂ ਫਿਰ ਜੇ ਹਾਰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਬੇਫਲ ਹੈ ਤੇ ਲੈ ਜੇ ਤੇਰੇ ਅੰਦਰ ਵੀ ਨਾਮ ਨਾ ਹੋਇਆ ਤੇ ਤੂੰ ਕੀ ਸਰੀਰ ਸੁੱਟ ਦੇਂਗਾ, ਭੰਨ ਦੇਂਗਾ ਆਪਦਾ। ਉਹ ਕਹਿੰਦਾ ਨਹੀਂ, ਮੇਰੇ ਹਿਰਦੇ ਵਿੱਚ ਭਾਈ ਪਰਮੇਸ਼ਰ ਹੈ। ਕਹਿੰਦੇ ਜੇ ਨਾ ਹੋਇਆ ਤੇ ਤੂੰ ਸਰੀਰ ਸੁੱਟ ਦੇਗਾ ਫਿਰ ਆਪਦਾ, ਵੀ ਤੂੰ ਮਣਕੇ ਜੂ ਸੁੱਟੀ ਜਾਂਦਾ ਹੈ, ਇਹਦੇ ਵਿੱਚ ਰਾਮ ਨਹੀਂ, ਤੇ ਜੇ ਤੇਰੇ ਅੰਦਰ ਰਾਮ ਨਾ ਹੋਵੇ ਤੇ ਕੀ ਸਰੀਰ ਭੰਨ ਦੇਗਾ। ਫਿਰ ਉਹ ਕਹਿੰਦੇ ਉਹ ਵਾਲਮੀਕੀ ਰਮਾਇਣ ਵਿੱਚ ਜ਼ਿਕਰ ਆਉਂਦਾ ਵੀ ਹਨੂਮਾਨ ਨੇ ਛਾਤੀ ਚੀਰ ਕੇ ਵਿਖਾਈ ਸੀ ਤੇ ਰਾਮ ਦਾ ਨਾਮ ਤੇ ਸਰੂਪ ਵਿਖਾ ਦਿੱਤਾ ਸੀ ਕੱਢ ਕੇ। ਕਹਿੰਦਾ ਨਹੀਂ, ਮੇਰੇ ਹਿਰਦੇ ਵਿੱਚ ਵੀ ਰਾਮ ਹੈ। ਤੋ ਇਸ ਤਰ੍ਹਾਂ ਤਾਂ ਹੀ ਮਹਾਰਾਜ ਨੇ ਇੱਥੇ ਉਹ ਗੱਲ ਕੀਤੀ ਹੈ ਇਹਨਾਂ ਨੂੰ ਵੀ ਹਨੂਮਾਨ ਤਾਂ ਸਮੁੰਦਰ ਲੰਘ ਗਿਆ, ਪੱਥਰ ਤੇ ਰਾਮ ਦੇ ਪੁਲ ਤੇ ਚੜ੍ਹਨ ਦੀ ਲੋੜ ਨਾ ਪਈ, ਕਿਉਂਕਿ ਜਿਹੜੇ ਰਾਮ ਦੇ ਨਾਮ ਪਰਮੇਸ਼ਰ ਨੇ ਪੱਥਰ ਤਾਰੇ ਉਹ ਪਹਿਲਾਂ ਹੀ ਹਨੂਮਾਨ ਦੇ ਹਿਰਦੇ ਵਿੱਚ ਹੈ ਸੀ। ਤੋ ਇਹ ਖਾਲਸਾ ਜੀ ਮਹਾਰਾਜ ਨੇ ਨਾਮ ਦੀ ਮਹਿਮਾ ਜਣਾਉਣਾ ਕੀਤੀ। ਜਿਹੜਾ ਨਾਮ ਹੈ ਉਹ ਖਾਲਸਾ ਜੀ ਸਰਗੁਣ ਨਿਰਗੁਣ ਦੀ ਉਪਾਸਨਾ ਤੋਂ ਵੀ ਵੱਡਾ ਹੈ। ਇਹ ਤਾਂ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸਾਨੂੰ ਆਪਦੇ ਨਾਲ ਜੋੜਨ ਨਾਲੋਂ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਦੱਸੀ ਹੈ, ਵੀ ਪਰਮੇਸ਼ਰ ਅਕਾਲ ਪੁਰਖ ਜਿਹੜਾ ਹੈ ਉਸੇ ਦੇ ਨਾਲ ਸਭ ਪਾਸੇ ਚਾਹੇ ਆਪ ਪਰਮੇਸ਼ਰ ਦਾ ਸਰੂਪ ਸਨ, ਪਰ ਫਿਰ ਵੀ ਮਹਾਰਾਜ ਨੇ ਸਦਾ ਇਹ ਸੁਣਿਆ ਦਿੱਤਾ ਕਿ ਭਾਈ ਅਬ ਕਲੂ ਆਇਓ ਰੇ, ਇੱਕ ਨਾਮ ਬੋਵਾ ਹੋ ਬੋਵਾ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਇਹ ਨਹੀਂ ਆਖਿਆ ਸਾਨੂੰ ਮਿਲੋ, ਮਹਾਰਾਜ ਨੇ ਪਰਮੇਸ਼ਰ ਨਾਲ ਮਿਲਾਪ ਕਰਵਾਉਣ ਦੀ ਗੱਲ ਕੀਤੀ, ਵੀ ਮਨੁੱਖਾ ਜਨਮ ਪਰਮੇਸ਼ਰ ਨਾਲ ਮਿਲਣ ਦੀ ਅਵਸਰ ਹੈ, ਵਾਰੀ ਹੈ, ਸਮਾਂ ਹੈ, ਮੌਕਾ ਹੈ। ਤੋ ਇਸ ਕਰਕੇ ਖਾਲਸਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਅੰਦਰ ਸਾਰਿਆਂ ਤੋਂ ਵੱਡਾ ਨਾਮ ਹੈ ਭਾਈ। ਨਾਮ ਤੋਂ ਉੱਪਰ ਕੱਖ ਨਹੀਂ, ਕੁਝ ਨਹੀਂ। ਜਿਵੇਂ ਕਈ ਉਸ ਬਣਿਆ ਹੋਇਆ ਨਾ, ਉਹ ਪੁੱਛਣ ਲੱਗ ਪੈਂਦੇ ਆ ਕੋਈ ਆ ਸਾਹਾ ਕੱਢਣਾ ਜਾਂ ਸਾਹਾ ਗਿਣਨਾ, ਵਿੱਚੇ ਵੀ ਅਖੰਡ ਪਾਠ ਸਾਹਿਬ ਕਦੋਂ ਕਰਵਾਇਆ ਜਾਵੇ ਕਦੋਂ ਨਾ ਕਰਵਾਇਆ ਜਾਵੇ। ਨਹੀਂ ਸਾਧ ਸੰਗਤ ਜੀ, ਜਿੱਥੇ ਨਾਮ ਹੈ ਗੁਰਬਾਣੀ ਆ, ਗੁਰਬਾਣੀ ਤੋਂ ਜੇ ਹੋਰ ਕੋਈ ਆ ਸਾਡੇ ਮਨ ਦਾ ਭਰਮ ਹੈ, ਕੋਈ ਆ ਦੂਜਾ ਤੀਜਾ ਜਿਹੜਾ ਕੋਈ ਸਰਾਧ ਗੰਡ ਮੂਲ ਵਗੈਰਾ ਹੈ, ਜੇ ਇਹ ਬਲ ਵਾਲੇ ਜ਼ਿਆਦੇ ਆ ਜਾਂ ਇਹਨਾਂ ਦਾ ਇਹ ਆਪਦਾ ਪ੍ਰਤਾਪ ਵਿਖਾਉਂਦੇ ਆ ਮਹਾਰਾਜ ਦੇ ਹੁੰਦਿਆਂ, ਤੇ ਫਿਰ ਨਾਮ ਤਾਂ ਛੋਟਾ ਹੋਇਆ ਨਾ। ਜੇ ਇਹਨਾਂ ਦਾ ਬਲ ਜ਼ਿਆਦਾ ਫਿਰ ਨਾਮ ਨੂੰ ਕਿਉਂ ਪੂਜੀਏ। ਮਹਾਰਾਜ ਕਹਿੰਦੇ ਸਿੰਘ ਸਰਨ ਕਤ ਜਾਈਆ ਜੋ ਜੰਬੂਕ ਗਰਸ ਹੈ। ਕਹਿੰਦੇ ਸ਼ੇਰ ਦੀ ਸ਼ਰਨ 'ਚ ਭਾਈ ਜਾਣ ਦਾ ਫਾਇਦਾ ਹੀ ਕੀ ਜੇ ਗਿੱਦੜ ਦਾ ਡਰ। ਸ਼ੇਰ ਦੀ ਸ਼ਰਨ 'ਚ ਜਾ ਕੇ ਵੀ ਜੇ ਗਿੱਦੜ ਦਾ ਡਰ ਰਹਿਣਾ, ਉਹ ਸ਼ੇਰ ਦੀ ਸ਼ਰਨ ਵਿੱਚ ਜਾ ਕੇ ਭਾਈ ਕੀ ਕਰਨਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਖਾਲਸਾ ਜੀ ਸ਼ੇਰ ਸਰੂਪ ਹੈ। ਇਹਦੀ ਸ਼ਰਨ ਵਿੱਚ ਜਾ ਕਰਕੇ ਜੇ ਆ ਕੋਈ ਆ ਦੂਜੇ ਤੀਜੇ ਜਿਹੜੇ ਆ ਕੋਈ ਆ ਪੈਂਚਕਾਂ ਦਾ ਉਹਦਾ ਡਰ ਹੈ ਜੀ, ਆ ਮੜੀ ਮਸਾਣ ਦਾ ਦੂਜੇ ਤੀਜੇ ਪੀਰ ਫਕੀਰ ਦਾ ਜਿਹੜਾ ਡਰ ਹੈ ਉਹ ਕਿਉਂ ਸਾਡੇ ਹਿਰਦੇ ਵਿੱਚ ਆਵੇ। ਮਾਰੇ ਕਹਿੰਦੇ ਸਿੰਘ ਸਰਨ ਕਤ ਜਾਈਆ ਜੋ ਜੰਬੁਕ ਗਰਾਸ ਹੈ। ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਜੇ ਸਾਨੂੰ ਗਿੱਦੜ ਦਾ ਡਰ ਰਵੇ। ਤੋ ਇਸ ਤਰ੍ਹਾਂ ਮਨ ਵਿੱਚ ਵਿਚਾਰ ਰੱਖਣਾ, ਗਰੀਬ ਨਵਾਜ ਮਹਾਰਾਜ ਤੇ ਭਰੋਸਾ ਕੀਤਾ ਜਾਵੇ ਕਿ ਮਹਾਰਾਜ ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸ਼੍ਰੀ ਅਰਜਨ ਕੋ ਸੇਵਤ ਰਹੈ, ਅੰਤ ਕਾਲ ਮਹਿ ਸੁਧ ਪਦ ਲਹੈ। ਸਤਿਗੁਰ ਸੇਵਾ ਸਭ ਸੁਖ ਦਾਨੀ,
ਵੱਡੇ ਭਾਗ ਜਿਨ ਤਿਨਹਾ ਮਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ ਨਿਧਾਰਾ। ਆਧਾਰ। ਹੇ ਠਾਕੁਰ ਹਉ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖਾ ਹੀਐ ਪਰੋਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।